ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ। ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ। ऐसे करण कारण कृपा निधान। भगत वत्सल अनाथ नाथ जगत गुरु। श्री गुरु ग्रंथ साहिब जी दे पावन पवित्र चरणां च जुड़ बैठी। गुरु रंग च रंगी हुई गुरु का खास रूप। गुरु खालसा साध संगत जीओ तंता दे पात्र हो। नेता प्रति गुरु चरना विच हाजरियां भर के गुरु का पावन पवित्र इतिहास सरवण कर रहे। ਜਿਹੜੀਆਂ ਕੌਮਾਂ अपना इतिहास चेते रखदियां ने ਉਹ ਕੌਮਾਂ संसार विच सदा वास्ते बणियां रहिंदियां। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਮਲੀਆ ਮੇਟ ਕਰਨ ਵਾਸਤੇ ਤਿਆਰ ਰਹਿੰਦੀਆਂ ਔਰ ਆਪਣੇ ਇਤਿਹਾਸ ਤੋਂ ਟੁੱਟ ਜਾਂਦੀਆਂ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਂਦੀਆਂ। ਜਾਂ ਇਸ ਤਰ੍ਹਾਂ ਕਹਿ ਲਈਏ, ਕੌਮਾਂ ਅਗਰ ਜਿਉਂਦੀਆਂ ਨੇ ਤਾਂ ਇਤਿਹਾਸ ਦੇ ਸਿਰ ਤੇ। ਸਾਡੇ ਗੁਰੂਆਂ ਦਾ ਇਤਿਹਾਸ, ਸਾਡੇ ਬਜ਼ੁਰਗਾਂ ਦਾ ਇਤਿਹਾਸ, ਜਿਨ੍ਹਾਂ ਦੇ ਅਸੀਂ ਵਾਰਸ ਹਾਂ, ਉਹਨਾਂ ਦਾ ਇਤਿਹਾਸ ਸੁਣਦੇ ਰਹਿਣਾ, ਪੜ੍ਹਦੇ ਰਹਿਣਾ, ਵਿਚਾਰਦੇ ਰਹਿਣਾ ਸਾਡੇ ਸਾਰਿਆਂ ਦਾ ਕਰਤੱਵ ਹੈ, ਫਰਜ਼ ਹੈ। ਚੰਦੂ ਪਾਪੀ ਦੁਰਾਚਾਰੀ ਜੋ ਸਤਿਗੁਰਾਂ ਦਾ ਵਿਰੋਧੀ ਹੈ, ਬਾਦਸ਼ਾਹ ਜਿਸ ਵੇਲੇ ਬਿਆਸ ਦਰਿਆ ਤੇ ਆਇਆ, ਇੱਥੇ ਦੀ ਲੱਤ ਤੇ ਸੱਟ ਵੱਜੀ ਘੋੜੇ ਤੋਂ ਡਿੱਗ ਕੇ, ਤੇ ਚੰਦੂ ਨੇ ਬਹਾਨਾ ਪਾ ਕੇ ਬਾਦਸ਼ਾਹ ਦੇ ਤੰਬੂ ਦੇ ਕੋਲੋਂ ਕਿਤੇ ਚੋਰੀ ਕਰਵਾ ਦਿੱਤੀ, ਆਪ ਹੀ ਆਪਣੇ ਬੰਦੇ ਭੇਜ ਕੇ ਦੂਸ਼ਣਬਾਜ਼ੀ ਗੁਰੂ ਘਰ ਤੇ ਕਰਨ ਲੱਗਾ। ਇਹ ਮਾਝੇ ਦਾ ਇਲਾਕਾ ਹੈ, ਇੱਥੇ ਗੁਰੂ ਜੀ ਰਹਿੰਦੇ ਨੇ, ਚੋਰ ਉਹਨਾਂ ਨੇ ਆਪਣੇ ਕੋਲ ਰੱਖੇ ਹੋਏ ਨੇ। ਬੜੀਆਂ ਬੜੀਆਂ ਗੱਲਾਂ ਚੰਦੂ ਨੇ ਕਹੀਆਂ, ਜਿਹੜੀਆਂ ਗੱਲਾਂ ਗੁਰੂ ਦਾ ਸਿੱਖ ਨਾ ਸੁਣ ਸਕਦਾ ਹੈ, ਨਾ ਬਰਦਾਸ਼ਤ ਕਰ ਸਕਦਾ ਹੈ। ਬਾਦਸ਼ਾਹ ਨੇ ਸਾਰੀਆਂ ਗੱਲਾਂ ਸੁਣੀਆਂ, ਥੋੜੀ ਜਿਹੀਆਂ ਨਜ਼ਰਅੰਦਾਜ਼ ਵੀ ਕੀਤੀਆਂ, ਪਰ ਚੰਦੂ ਦਾ ਮਨ ਰਾਜੀ ਨਹੀਂ ਸੀ ਹੁੰਦਾ। ਇਹਦੇ ਲਾਗੇ ਸੁਲਭੀ ਖਾਂ, ਜੋ ਸੁਲੀ ਖਾਂ ਦਾ ਭਤੀਜਾ ਸੀ, ਉਹਨੇ ਵੇਖਿਆ ਕਿ ਚੰਦੂ ਗੁਰੂ ਘਰ ਦਾ ਵਿਰੋਧੀ ਰਾਤ ਦੇ ਹਨੇਰੇ 'ਚ ਜਾ ਕੇ ਚੰਦੂ ਨੂੰ ਮਿਲਿਆ ਕਿ ਆਪਾਂ ਦੋਵੇਂ ਰਲ ਜਾਈਏ ਤੇ ਗੁਰੂ ਜੀ ਨੂੰ ਖਤਮ ਕਰ ਸਕਦੇ ਹਾਂ। ਮੈਨੂੰ ਤਾਂ ਅੱਜ ਪਤਾ ਲੱਗਾ ਕਿ ਤੂੰ ਵੀ ਗੁਰੂ ਦਾ ਵਿਰੋਧੀ। ਇੱਕ ਵਾਰ ਮੈਨੂੰ ਬਾਦਸ਼ਾਹ ਕੋਲੋਂ ਆਗਿਆ ਲੈ ਦੇ ਗੁਰੂ ਜੀ ਕੋਲ ਜਾਣ ਦੀ, ਅਗਲਾ ਕੰਮ ਮੈਂ ਆਪੇ ਬਣਾ ਲਵਾਂਗਾ। ਚੰਦੂ ਨੇ ਕਿਹਾ, ਫਿਕਰ ਨਾ ਕਰ, ਕੱਲ ਸਵੇਰੇ, ਜਿਵੇਂ ਅੱਜ ਬਾਦਸ਼ਾਹ ਦਾ ਸੁਭਾਅ ਨਰਮ ਸੀ, ਕੱਲ ਵੀ ਜੇ ਇਦਾਂ ਦਾ ਸੁਭਾਅ ਹੋਇਆ ਤੇ ਮੈਂ ਗੱਲ ਕਰਕੇ ਤੈਨੂੰ ਜ਼ਰੂਰ ਆਗਿਆ ਲੈ ਕੇ ਦਿਆਂਗਾ, ਪਰ ਤੂੰ ਇਹ ਕੰਮ ਕਰਕੇ ਆਉਣਾ, ਕਿਉਂਕਿ ਤੇਰੇ ਚਾਚੇ ਦਾ ਅਧੂਰਾ ਕੰਮ ਹੁਣ ਤੂੰ ਨਿਬੇੜਨਾ। ਤੈਨੂੰ ਇਸ ਗੱਲ ਦੀ ਆਣ ਵੀ। ਇਹ ਸਲਾਹ ਚੰਦੂ ਨੇ ਔਰ ਸੁਲਭੀ ਖਾਂ ਨੇ ਦੋਨਾਂ ਨੇ ਕੀਤੀ। ਜਿਵੇਂ ਦੋਵੇਂ ਕੂਟਨੀਤੀ ਦੀ ਵਰਤੋਂ ਕਰ ਰਹੇ ਨੇ, ਪਾਪੀ ਪਾਪ ਚਿਤਵ ਰਹੇ ਨੇ। ਪਾਪ ਬੁਰਾ ਹੁੰਦਾ ਹੈ, ਪਰ ਪਾਪੀ ਬੰਦੇ ਨੂੰ ਪਾਪ ਬੜਾ ਪਿਆਰਾ ਲੱਗਦਾ ਹੈ। ਸਤਿਗੁਰਾਂ ਦਾ ਫਰਮਾਨ ਹੈ, ਪਾਪ ਬੁਰਾ ਪਾਪੀ ਕੋ ਪਿਆਰਾ ਹੈ। ਪਾਪ ਬੁਰਾ ਹੈ, ਪਰ ਪਾਪੀ ਨੂੰ ਉਹ ਪਾਪ ਬੜਾ ਪਿਆਰਾ ਲੱਗਦਾ। ਇਹਨਾਂ ਨੂੰ ਵੀ ਇਹ ਪਾਪ ਬੜਾ ਪਿਆਰਾ ਲੱਗ ਰਿਹਾ ਹੈ, ਪਰ ਇਹਦਾ ਫਲ ਜੋ ਇਹਨਾਂ ਨੂੰ ਭੋਗਣਾ ਪਏਗਾ
ਉਹ ਦੁੱਖ ਦੇ ਰੂਪ ਵਿੱਚ ਹੈ। ਪਾਪ ਜਿਹੜੇ ਨੇ ਉਹ ਦੁੱਖਾਂ ਦਾ ਬੀਜ ਹੈ। ਪਾਪ ਦਾ ਬੀਜ ਬੀਜ ਕੇ ਉਹਦੇ ਤੇ ਦੁੱਖਾਂ ਦਾ ਦਰਖਤ ਉੱਗਣਾ ਹੀ ਉੱਗਣਾ, ਉਹਦੇ ਚੋਂ ਦੁੱਖ ਦਾ ਫਲ ਪ੍ਰਾਪਤ ਹੋਣਾ ਹੀ ਹੋਣਾ, ਜਦੋਂ ਮਰਜ਼ੀ ਪ੍ਰਾਪਤ ਹੋਵੇ, ਹੁਣ ਹੋ ਜਾਏ। ਕਿਉਂਕਿ ਕਈ ਬੀਜ ਅੱਜ ਜ਼ਮੀਨ 'ਚ ਬੀਜੀਏ ਕੱਲ ਨੂੰ ਉਗਾਉਂਦੇ ਆ, ਕਈ ਬੀਜਾਂ ਨੂੰ ਹਫ਼ਤਾ ਲੱਗ ਜਾਂਦਾ, ਕਈਆਂ ਨੂੰ 10 ਦਿਨ ਵੀ ਲੱਗ ਜਾਂਦੇ ਨੇ। ਕਈ ਬੀਜ ਐਸੇ ਵੀ ਨੇ ਜਿਨ੍ਹਾਂ ਨੂੰ ਮਹੀਨਾ ਭਰ ਦਾ ਸਮਾਂ ਵੀ ਲੱਗ ਜਾਂਦਾ ਉਗਦੇ, ਪਰ ਉਗਦਾ ਜ਼ਰੂਰ ਹੈ। ਇਸੇ ਤਰ੍ਹਾਂ ਪਾਪ ਦਾ ਬੀਜਿਆ ਹੋਇਆ ਬੀਜ ਇੱਕ ਦਿਨ ਫਲੀਭੂਤ ਹੁੰਦਾ ਜ਼ਰੂਰ ਹੈ। ਕਿਸੇ ਦਾ ਪਹਿਲਾਂ ਫਲੀਭੂਤ ਹੋ ਜਾਂਦਾ, ਕਿਸੇ ਦਾ ਸਮਾਂ ਪਾ ਕੇ ਹੋ ਜਾਂਦਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰ ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਪ੍ਰਾਤ ਸਮੀਪੀ ਰਹੋ ਤੁਮ ਜਬ ਅਵਸਰ ਪਾਓ। ਕਹਿਣ ਲੱਗਾ ਕਿ ਤੂੰ ਮੇਰਾ ਭਰਾਤ ਹੈ, ਕੱਲ ਸਵੇਰੇ ਤੂੰ ਮੇਰੇ ਨਾਲ ਰਹੀਂ। ਚੰਦੂ ਕਹਿ ਰਿਹਾ ਸੁਲਭੀ ਖਾਨ ਕਿ ਤੂੰ ਮੇਰੇ ਨਾਲ ਰਹੀਂ, ਮੈਂ ਬਾਦਸ਼ਾਹ ਦੀ ਕਚਹਿਰੀ ਵਿੱਚ ਹੋਵਾਂਗਾ, ਤੇ ਜਦੋਂ ਮੈਨੂੰ ਮੌਕਾ ਮਿਲਿਆ ਆਜ ਸਮਾਨ ਮਿਲਾ ਪੋਏ ਕੈ ਸ਼ਾਹ ਜਾਉ। ਜੇ ਅੱਜ ਵਾਂਗੂ ਮੇਰਾ ਬਾਦਸ਼ਾਹ ਨਾਲ ਮਿਲਾਪ ਹੋ ਗਿਆ ਨਾ, ਜਿਵੇਂ ਅੱਜ ਹੋਇਆ ਸੀ, ਅੱਜ ਬਾਦਸ਼ਾਹ ਨਾਲ ਗੱਲਾਂ ਬਾਤਾਂ ਹੋਈਆਂ ਸਨ, ਖੁੱਲਾ ਟਾਈਮ ਮਿਲ ਗਿਆ ਸੀ। ਜੇ ਕੱਲ ਵੀ ਇਸੇ ਤਰ੍ਹਾਂ ਮੈਨੂੰ ਖੁੱਲਾ ਸਮਾਂ ਮਿਲ ਗਿਆ ਗੱਲਬਾਤ ਕਰਨ ਦਾ, ਤਾਂ ਮੈਂ ਬਾਦਸ਼ਾਹ ਨੂੰ ਗੱਲਾਂ ਕਰਕੇ ਉਹਨੂੰ ਪੂਰਾ ਪ੍ਰਸੰਨ ਕਰਾਂਗਾ ਆਪਣੇ ਤੇ। ਤਬੇ ਪ੍ਰਸੰਗ ਚਲਾਇਓ ਤਸ ਕਰਨ ਬਡੇਰਾ। ਫਿਰ ਮੈਂ ਉਹਨਾਂ ਚੋਰਾਂ ਦਾ ਪ੍ਰਸੰਗ ਛੇੜਾਂਗਾ ਜਿਹੜੀ ਕੱਲ ਵੀ ਅੱਜ ਵੀ ਮੈਂ ਗੱਲ ਛੇੜੀ ਸੀ ਕਿ ਇੱਥੇ ਮਾਝੇ ਦੇ ਇਲਾਕੇ 'ਚ ਚੋਰ ਬੜੇ ਨੇ ਜਿਨ੍ਹਾਂ ਨੇ ਬਾਦਸ਼ਾਹ ਦੀ ਜਨਮ ਪੱਤਰੀ ਚੋਰੀ ਕਰ ਲਈ ਹੈ। ਮੈਂ ਇਹ ਗੱਲ ਅੱਜ ਛੇੜ ਤਾਂ ਦਿੱਤੀ ਸੀ, ਕੱਲ ਵੀ ਇਹ ਗੱਲ ਮੈਂ ਦੁਬਾਰਾ ਇਹਦੀ ਚਰਚਾ ਕਰਾਂਗਾ ਬਾਦਸ਼ਾਹ ਦੀ ਕਚਹਿਰੀ ਵਿੱਚ ਬੈਠ ਕੇ। ਕਰੋ ਉਗਾਈ ਮਦਦ ਕੋ ਪਾਟੇ ਹੋ ਕੋ ਡੇਰਾ। ਔਰ ਮੈਂ ਬਾਦਸ਼ਾਹ ਦੇ ਪੂਰੇ ਕੰਨ ਭਰਨ ਦਾ ਯਤਨ ਕਰਾਂਗਾ ਕਿ ਵੇਖੋ ਬਾਦਸ਼ਾਹ ਕਿਵੇਂ ਇੱਥੇ ਕਿਵੇਂ ਚੋਰਾਂ ਦੇ ਦਿਲ ਵਧੇ ਹੋਏ ਨੇ, ਹੌਸਲੇ ਵਧੇ ਹੋਏ ਨੇ, ਕਿ ਜਿਨ੍ਹਾਂ ਨੇ ਆਮ ਲੋਕਾਂ ਨੂੰ ਕਿੰਨਾ ਤੰਗ ਕਰਦੇ ਹੋਣੇ ਨੇ, ਜਿਨ੍ਹਾਂ ਨੇ ਬਾਦਸ਼ਾਹ ਦੇ ਡੇਰੇ ਨੂੰ ਪਾੜ ਕੇ ਉੱਥੋਂ ਚੋਰੀ ਕਰ ਲਈ, ਜਿਨ੍ਹਾਂ ਨੇ ਬਾਦਸ਼ਾਹ ਦਾ ਡੇਰਾ ਚੋਰੀ ਤੋਂ ਮਹਿਫੂਜ਼ ਨਹੀਂ ਰਹਿਣ ਦਿੱਤਾ। ਉਸ ਇਲਾਕੇ ਦੇ ਵਿੱਚ ਜਿਹੜੇ ਆਮ ਲੋਕ ਹੋਣਗੇ ਉਹਨਾਂ ਦੀ ਕੀ ਹਾਲਤ ਹੋਵੇਗੀ, ਇਹ ਗੱਲ ਮੈਂ ਬਾਦਸ਼ਾਹ ਨੂੰ ਜਣਾਵਾਂਗਾ। ਕਿਸੋਂ ਭੇਜਿਓ ਚੈਤ ਹੈ ਸਮਝਾਵਨ ਏ ਤੂੰ। ਮੈਂ ਕਿਸੇ ਨੂੰ ਕਹਿ ਕੇ ਸਮਝਾਉਣ ਵਾਸਤੇ ਇਹਦਾ ਪ੍ਰਬੰਧ ਕਰਨ ਦਾ ਯਤਨ ਕਰਾਂਗਾ। ਮੈਂ ਕਹਾਂਗਾ ਕਿ ਬਾਦਸ਼ਾਹ ਤੈਨੂੰ ਕਿਸੇ ਅਫਸਰ ਨੂੰ ਗੁਰੂ ਜੀ ਕੋਲ ਭੇਜਣਾ ਚਾਹੀਦਾ, ਕਿਉਂਕਿ ਇੱਥੇ ਇਲਾਕੇ ਵਿੱਚ ਜਿਹੜੇ ਚੋਰ ਨੇ ਉਹ ਗੁਰੂ ਜੀ ਉਹਨਾਂ ਨੂੰ ਪਨਾਹ ਦਿੰਦੇ ਨੇ, ਉਹਨਾਂ ਕੋਲ ਰਹਿੰਦੇ ਨੇ। ਤੇ ਮੈਂ ਕਹਾਂਗਾ ਕਿ ਗੁਰੂ ਸਾਹਿਬ ਦੇ ਕੋਲ ਤੈਨੂੰ ਕਿਸੇ ਅਫਸਰ ਨੂੰ, ਕਿਸੇ ਅਹਿਲਕਾਰ ਨੂੰ ਭੇਜਣਾ ਚਾਹੀਦਾ ਹੈ। ਕਿਦੋਂ ਹਕਾਰਨ ਕੋ ਨਿਕਟ ਤਿਸ ਪਠੇ ਨਿਕੇ ਤੂੰ। ਜਾਂ ਫਿਰ ਗੁਰੂ ਜੀ ਨੂੰ ਆਪਣੇ ਕੋਲ ਸੱਦਣਾ ਚਾਹੀਦਾ ਹੈ, ਆਪਣੇ ਕੋਲ ਬੁਲਾਉਣ ਵਾਸਤੇ ਕਿਸੇ ਨੂੰ ਭੇਜਣਾ ਚਾਹੀਦਾ ਹੈ। ਮੈਂ ਤਬ ਤੇਰੋ ਨਾਮ ਲੈ ਤੈ ਹੋ ਸਮਝਾਈ। ਤੇ ਜਦੋਂ ਬਾਦਸ਼ਾਹ ਕਹੇਗਾ ਵੀ ਦੱਸ ਚੰਦੂ ਕਿਹਨੂੰ ਭੇਜੀਏ, ਤੇ ਉਸ ਵੇਲੇ ਤੂੰ ਕੋਲ ਹੀ ਬੈਠਾ ਹੋਵਾਂਗਾ ਤੇ ਮੈਂ ਕਹਾਂਗਾ ਜੀ ਸੁਲਭੀ ਖਾਨ ਨੂੰ ਭੇਜ ਦਿਓ। ਇਹ ਵਿਉਂਤਬੰਦੀ ਬਣਾ ਰਿਹਾ ਚੰਦੂ ਵੀ ਇਦਾਂ ਕਰਨਾ ਆਪਾਂ। ਜੇ ਬਾਦਸ਼ਾਹ ਪੁੱਛੇਗਾ ਵੀ ਕਿਹਨੂੰ ਭੇਜੀਏ ਤੇ ਮੈਂ ਤੇਰਾ ਨਾਂ ਲੈ ਦਿਆਂਗਾ ਕਿ ਸੁਲਭੀ ਖਾਨ ਨੂੰ ਭੇਜਿਆ ਜਾਵੇ। ਹਜ਼ਰਤ ਜੀ ਸੁਲਭੀ ਪਠੋ ਸੁਧ ਲੈ ਜਾਈ। ਮੈਂ ਕਹਾਂਗਾ ਬਾਦਸ਼ਾਹ ਸਲਾਮਤ ਸੁਲਭੀ ਖਾਨ ਨੂੰ ਭੇਜੋ, ਇਹ ਜਾ ਕੇ ਗੁਰੂ ਸਾਹਿਬ ਦੀ ਸਾਰੀ ਸੁਧ ਸਾਰ ਲੈ ਕੇ ਆਵੇਗਾ। ਸਾਚ ਕਿਦੋਂ ਹੋਏ ਕੂਰ ਏ ਤੈ ਕੋ ਸਮਝਾਵੇ। ਇਹ ਗੱਲ ਸੱਚੀ ਹੈ ਕਿ ਝੂਠੀ ਹੈ,
ਇਹਦਾ ਨਿਰਣਾ ਜਾ ਕੇ ਸੁਲਭੀ ਖਾਂ ਕਰੇਗਾ ਕਿ ਵਾਕਈ ਗੁਰੂ ਜੀ ਕੋਲ ਚੋਰ ਰਹਿੰਦੇ ਨੇ, ਇਹ ਸੱਚ ਹੈ ਜਾਂ ਝੂਠ ਹੈ। ਇਹਦਾ ਨਿਰਣਾ ਜਾ ਕੇ ਸੁਲਭੀ ਖਾਂ ਗੁਰੂ ਸਾਹਿਬ ਕੋਲ ਕਰੇਗਾ। ਜਾਏ ਸੁਦਾ ਸਰ ਇਤੇ ਤੇ ਲਵਪੁਰ ਕੋ ਆਵੇ। ਤੇ ਇੱਥੋਂ ਹੀ ਸੁਲਭੀ ਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਜਾਵੇ ਜਾਂ ਉੱਥੋਂ ਗੁਰੂ ਜੀ ਨੂੰ ਲਾਹੌਰ ਬੁਲਾਇਆ ਜਾਵੇ ਆਪਣੇ ਕੋਲ ਮਿਲਣ ਵਾਸਤੇ। ਕਯੋ ਸੁਨੇ ਮੇਰੋ ਜਬੇ ਆਇਸ ਤਬ ਦੇ ਹੈ। ਜਦੋਂ ਬਾਦਸ਼ਾਹ ਮੇਰੀ ਇਸ ਕਹੀ ਹੋਈ ਗੱਲ ਨੂੰ ਧਿਆਨ ਨਾਲ ਸੁਣੇਗਾ ਤੇ ਸੁਣਦਿਆਂ ਸਾਰ ਉਹਨੇ ਉਸੇ ਵਕਤ ਆਗਿਆ ਦੇ ਦੇਣੀ ਹੈ। ਕਰੋ ਜਾਏ ਮਨ ਭਾਵਤੀ ਨੈ ਜੀਤ ਰਾਏ ਹੈ। ਇਹ ਸੁਲਭੀ ਖਾਂ ਜਦੋਂ ਬਾਦਸ਼ਾਹ ਨੇ ਆਗਿਆ ਦੇ ਦਿੱਤੀ, ਬਸ ਫਿਰ ਆਪਣਾ ਕੰਮ ਬਣ ਜਾਣਾ। ਤੂੰ ਜੋ ਚਾਹੇ ਮਰਜ਼ੀ ਜਾ ਕੇ ਕਰੀ, ਮਨ ਭਾਉਂਦੀਆਂ ਕਰੀ, ਫਿਰ ਤੈਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ। ਜਦੋਂ ਬਾਦਸ਼ਾਹ ਹੀ ਆਗਿਆ ਦੇ ਦੇਗਾ, ਫਿਰ ਆਪਣੀਆਂ ਮਨ ਭਾਉਂਦੀਆਂ ਮਨ ਮਰਜ਼ੀਆਂ ਕਰੀ। ਹਮ ਸਮੀਪੀ ਸ਼ਾਹ ਕੇ ਜੋ ਪਨੇ ਜਾਨਾ। ਮੈਂ ਬਾਦਸ਼ਾਹ ਦਾ ਸਮੀਪੀ ਹਾਂ, ਬਾਦਸ਼ਾਹ ਦਾ ਨਿਕਟਵਰਤੀ ਅਹਿਲਕਾਰ ਹਾਂ, ਐਸੇ ਬਾਦਸ਼ਾਹ ਦਾ ਜਿਹੜਾ ਸਾਰੇ ਜਹਾਨ ਦਾ ਬਾਦਸ਼ਾਹ ਹੈ। ਅਸ ਸ਼ਤਰੂ ਜੇ ਸਦੇ ਨੇ ਟਿਕ ਜੀਵਨ ਮਾਨਾ। ਚੰਦੂ ਕਹਿੰਦਾ ਮੈਂ ਐਡਾ ਵੱਡਾ ਸ਼ਾਹ ਦਾ ਦੀਵਾਨ ਆ ਤੇ ਮੇਰੇ ਕੋਲੋਂ ਇੱਕ ਆ ਛੋਟਾ ਜਿਹਾ ਦੁਸ਼ਮਣ ਵੀ ਨਾ ਸੋਧਿਆ ਗਿਆ ਤੇ ਕਹਿੰਦਾ ਤਰਕਾਰ ਹੈ ਮੇਰੀ ਐਡੀ ਵੱਡੀ ਵਡਿਆਈ ਤੇ। ਕਹਿੰਦਾ ਤਰਕਾਰ ਹੈ, ਲਾਹਨਤ ਹੈ ਮੇਰੀ ਇਹੋ ਜੀ ਵੱਡੀ ਵਡਿਆਈ ਤੇ, ਜੇ ਮੈਂ ਆਪਣੇ ਦੁਸ਼ਮਣ ਨੂੰ ਸੋਧ ਨਾ ਸਕਿਆ। ਗੱਜ ਕੇ ਬਸ ਜਿਮ ਸਸਾ ਹੋਏ ਸੋ ਮਰੇ ਨਾ ਮਾਰਾ। ਹਾਥੀ ਦੇ ਕਾਬੂ ਵਿੱਚ ਸਿਆ ਆਇਆ ਹੋਵੇ, ਖਰਗੋਸ਼ ਸਿਆ ਹਾਥੀ ਦੇ ਕਾਬੂ ਵਿੱਚ ਆਇਆ ਹੋਵੇ ਤੇ ਹਾਥੀ ਉਹਨੂੰ ਮਾਰ ਨਾ ਸਕੇ, ਕਹਿੰਦੇ ਇਹੋ ਜਿਹੇ ਹਾਥੀ ਤੇ ਲੱਖ ਲਾਹਨਤ ਹੈ, ਲੱਖ ਤਰਕਾਰ ਹੈ ਇਹੋ ਜਿਹੇ ਹਾਥੀ ਦੇ ਕਿ ਉਹਦੀ ਸੁੰਡ ਦੇ ਵਿੱਚ ਸਿਆ ਆਇਆ ਹੋਵੇ ਤੇ ਉਹਨੂੰ ਫਿਰ ਵੀ ਨਾ ਮਾਰ ਸਕੇ। ਤੋ ਤਿਕਾਰ ਤਿਸ ਓਜ ਕੋ ਪਾਖੇ ਜਗ ਸਾਰਾ। ਕਹਿੰਦਾ ਫਿਰ ਕੀ ਕਰਨਾ ਉਸ ਹਾਥੀ ਦੇ ਬਲ ਦਾ, ਜਿਸ ਬਲ ਦਾ ਚਰਚਾ ਸਾਰਾ ਜਗਤ ਕਰਦਾ ਹੈ। ਕਹਿੰਦੇ ਹਾਥੀ ਬੜਾ ਬਲਵਾਨ ਤੇ ਤਾਕਤਵਰ ਹੁੰਦਾ, ਫਿਰ ਉਹਦੇ ਬਲ ਨੂੰ ਕੀ ਕਰਨਾ, ਤਰਕਾਰ ਹੈ ਇਹੋ ਜਿਹੇ ਉਹਦੇ ਬਲ ਤੇ। ਕਹਿੰਦਾ ਇਸੇ ਤਰ੍ਹਾਂ ਫਿਰ ਸਾਡੇ ਬਲ ਤੇ ਵੀ ਤਰਕਾਰ ਹੈ ਜੇ ਅਸੀਂ ਗੁਰੂ ਜੀ ਨੂੰ ਸਾਧ ਨਾ ਸਕੇ। ਜੇ ਗੁਰੂ ਆ ਸਾਡਾ ਦੁਸ਼ਮਣ ਆ, ਉਹਨੂੰ ਅਸੀਂ ਕਾਬੂ ਨਾ ਕਰ ਸਕੇ ਤੇ ਫਿਰ ਸਾਡਾ ਕਾਹਦਾ ਬਲ, ਸਾਡੇ ਤੋਂ ਫਿਰ ਕਿਹਨੇ ਡਰਨਾ, ਫਿਰ ਸਾਡਾ ਤਾਂ ਜੀਵਣਾ ਹੀ ਤਰਕਾਰ ਹੈ। ਕੀਟੀ ਸਮ ਮਮ ਅਗਰਿਆ ਨੈ ਮਾਨੇ ਤਰਾਸਾ। ਚੰਦੂ ਕਹਿੰਦਾ ਗੁਰੂ ਜੀ ਹੈ ਨਹੀਂ ਕੀ ਨੇ ਮੇਰੇ ਸਾਹਮਣੇ, ਕੀੜੀ ਵਾਂਗੂ ਨੇ ਮੇਰੇ ਸਾਹਮਣੇ। ਇੱਥੋਂ ਤੱਕ ਇਹਨੇ ਬੋਲ ਬੋਲੇ। ਕਹਿੰਦਾ ਗੁਰੂ ਸਾਹਿਬ ਮੇਰੇ ਸਾਹਮਣੇ ਕੀੜੀ ਵਾਂਗੂ ਨੇ, ਹੈ ਨਹੀਂ ਕੀ ਨੇ, ਮੈਂ ਤਾਂ ਉਹਨਾਂ ਨੂੰ ਮਸਲ ਕੇ ਰੱਖ ਦਿਆਂ। ਕਹਾਂ ਕਰੇ ਹੰਕਾਰ ਕੋ ਕਿਸ ਕੋ ਪਰਵਾਸਾ। ਪਤਾ ਨਹੀਂ ਗੁਰੂ ਜੀ ਕਾਹਦਾ ਹੰਕਾਰ ਕਰੀ ਫਿਰਦੇ ਨੇ, ਉਹਨਾਂ ਨੂੰ ਕਿਹਦਾ ਭਰੋਸਾ ਇਹੋ ਜਿਹਾ, ਕਿਹਦਾ ਇਹੋ ਜਿਹਾ ਆਸਰਾ ਉਹਨਾਂ ਨੇ ਤੱਕਿਆ ਹੋਇਆ ਕਿ ਉਹਨਾਂ ਦੇ ਮਨ ਵਿੱਚ ਮੇਰਾ ਡਰ ਤੇ ਭੈ ਨਹੀਂ ਆਉਂਦਾ। ਕਰਿਓ ਕਲੰਕਤ ਮੋਏ ਕੋ ਨਿੰਦੇ ਜਗ ਸਾਰਾ। ਉਹਨਾਂ ਨੇ ਮੈਨੂੰ ਕਲੰਕਿਤ ਕਰ ਦਿੱਤਾ, ਮੇਰੇ ਭਾਈਚਾਰੇ ਵਿੱਚ ਮੇਰੀ ਵੱਡੀ ਭਾਰੀ ਨਿੰਦਾ ਹੋ ਰਹੀ ਹੈ। ਸੁਤਾ ਕੁਮਾਰੀ ਦੇਖ ਕੇ ਪਰਿਵਾਰ ਦੁਖਾਰਾ। ਸੁਤਾ ਕੁਮਾਰੀ ਦੇਖ ਕੇ ਆਪਣੇ ਘਰ ਵਿੱਚ ਆਪਣੀ ਲੜਕੀ ਕੁਆਰੀ ਵੇਖ ਕੇ ਮੇਰਾ ਮਨ ਡਾਢਾ ਦੁਖੀ ਹੁੰਦਾ ਹੈ। ਬਿਨਾ ਹਨੇ ਮਮ ਚੈਨ ਨੇ ਇਮ ਬੈਨ ਉਚਾਰੇ। ਜਦੋਂ ਤੱਕ ਮੈਂ ਗੁਰੂ ਜੀ ਨੂੰ ਮਾਰ ਮੁਕਾ ਨਹੀਂ ਦਿੰਦਾ, ਉਦੋਂ ਤੱਕ ਮੇਰੇ ਮਨ ਨੂੰ ਚੈਨ ਨਹੀਂ ਆਉਣਾ, ਉਦੋਂ ਤੱਕ ਮੇਰੇ ਹਿਰਦੇ ਨੂੰ ਚੈਨ ਨਹੀਂ ਆਉਣਾ। ਅਬ ਨਿਸ ਮੈਂ ਸ਼ਰਮ ਪਰ ਹਰੋ ਕਰ ਕਾਰ ਸਤਾਰੇ। ਕਹਿੰਦਾ ਸੁਲਭੀ ਖਾਂ ਹੁਣ ਰਾਤ ਪੈ ਚੁੱਕੀ ਹੈ ਕਾਫੀ, ਤੂੰ ਆਰਾਮ ਕਰ, ਕਿਉਂਕਿ ਪਿੱਛੋਂ ਆਪਾਂ ਸਾਰਾ ਰਸਤਾ ਤੈਅ ਕਰਕੇ ਆਏ ਆ, ਪੈਂਡੇ ਦੀ ਥਕਾਵਟ ਹੈ। ਤੂੰ ਆਰਾਮ ਕਰਕੇ ਆਪਣੀ ਜਿਹੜੀ ਥਕਾਵਟ ਆ ਉਹ ਦੂਰ ਕਰ। ਬਾਕੀ ਇਹ ਜਿਹੜੀ ਸਲਾਹ ਆਪਾਂ ਅੱਜ ਕੀਤੀ ਹੈ, ਕੱਲ ਸਵੇਰੇ ਇਹਨੂੰ ਅੰਜਾਮ ਦੇਵਾਂਗੇ। ਦੋਨੋਂ ਦੁਰਮਤ ਦੁਸ਼ਟ ਵੱਡ
ਇਮ ਮਸਲਤ ਠਾਨੀ। ਇਹ ਦੋਵੇਂ ਖੋਟੀ ਮੱਤ ਵਾਲੇ, ਦੁਸ਼ਟ ਬਿਰਤੀ ਵਾਲੇ ਚੰਦੂ ਤੇ ਸੁਲਭੀ ਖਾਂ, ਇਹਨਾਂ ਦੋਨਾਂ ਨੇ ਇਸ ਤਰ੍ਹਾਂ ਦੀ ਭੈੜੀ ਤੇ ਖੋਟੀ ਮੱਤ ਧਾਰਨ ਕਰਕੇ ਆਹ ਸਲਾਹ ਕੀਤੀ ਹੈ। ਆਪਣੇ ਆਪਣੇ ਥਾਨ ਮੈਂ ਸੁਪਤੇ ਸੁਖ ਮਾਨੀ। ਆਪੋ ਆਪਣੀ ਜਗ੍ਹਾ ਤੇ ਇਹ ਜਾ ਕੇ ਸੁੱਤੇ ਨੇ ਔਰ ਇਹਨਾਂ ਨੇ ਸੁਖ ਮੰਨਿਆ, ਆਪਣੇ ਹਿਰਦੇ 'ਚ ਸੁਖ ਬਣਾਇਆ ਹੈ। ਪਈ ਪ੍ਰਾਤ ਤਬ ਕੂਚ ਕੇ ਧੌਂਸੇ ਤੁੰਕਾਰੇ। ਅਗਲੀ ਸਵੇਰ ਹੋਈ ਤੇ ਬਾਦਸ਼ਾਹ ਰਸਤੇ ਵਿੱਚ ਸੀ, ਦਰਿਆ ਪਾਰ ਕਰਕੇ ਉਤਰੇ ਹੋਏ ਸੀ ਬਿਆਸ ਦਰਿਆ ਦੇ ਕੰਢੇ ਤੇ। ਸਵੇਰੇ ਕੂਚ ਦੇ ਨਗਾਰੇ ਵੱਜੇ ਹਨ। ਸੁਨ ਕਰ ਸਗਰੀ ਬਾਣੀ ਤੂਰਨ ਪਈ ਤਿਆਰੇ। ਨਗਾਰਿਆਂ ਦੀ ਆਵਾਜ਼ ਸੁਣ ਕੇ ਸਾਰੀ ਫੌਜ ਨੇ ਤਿਆਰੀ ਕਰ ਲਈ ਚੱਲਣ ਵਾਸਤੇ। ਗਮਨਿਓ ਪੰਥ ਬਹੀਰ ਦਨ ਲਾਪੁਰ ਕੇ ਰਾਉ। ਇਹਦਾ ਜਿੰਨਾ ਵਹੀਰ ਸੀ ਸਾਰਾ ਚੱਲ ਪਿਆ ਲਾਹੌਰ ਦੇ ਰਸਤੇ ਤੇ। ਜਲ ਚੰਦੂ ਪਹੁੰਚਿਓ ਨਿਕਟ ਜੈ ਬੈਠੇ ਉਸ਼ਾਉ। ਸ਼ਾਮ ਨੂੰ ਜਾ ਕੇ ਅੱਗੇ ਥੋੜੀ ਦੂਰੀ ਤੇ ਇਹਨਾਂ ਨੇ ਡੇਰਾ ਕੀਤਾ। ਜਿੱਥੇ ਬਾਦਸ਼ਾਹ ਜਾ ਕੇ ਬੈਠਾ ਸੀ ਉੱਥੇ ਚੰਦੂ ਪਹੁੰਚਿਆ। ਹਜਰਤ ਸੁਖ ਹੈ ਲਾਤ ਕੋ ਹਮ ਦੇਓ ਬਤਾਈ। ਬਹਾਨਾ ਇਹਨੇ ਆ ਕੇ ਬਣਾ ਕੇ ਮਿਲਣ ਦਾ ਬਣਾਇਆ। ਕਹਿੰਦਾ ਬਾਦਸ਼ਾਹ ਸਲਾਮਤ, ਆਪ ਜੀ ਦੀ ਲੱਤ ਠੀਕ ਹੈ, ਹੁਣ ਦਰਦ ਠੀਕ ਹੈ? ਇੱਕ ਦਿਨ ਪਹਿਲਾਂ ਡੱਗਾ ਜੋ ਸੀ ਘੋੜੇ ਤੋਂ, ਹਾਲਾਂਕਿ ਥੋੜੀ ਜੀ ਸੱਟ ਸੀ, ਕੋਈ ਬਹੁਤੀ ਨਹੀਂ ਸੀ। ਚੰਦੂ ਆ ਕੇ ਪੁੱਛਦਾ, ਬਹਾਨਾ ਚਾਪਲੂਸ ਬੰਦੇ ਜਿਹੜੇ ਹੁੰਦੇ ਕੁਝ ਇਦਾਂ ਦੇ ਹੀ ਹੁੰਦੇ ਆ। ਕਹਿੰਦਾ ਬਾਦਸ਼ਾਹ ਸਲਾਮਤ, ਮੇਰੀ ਤਾਂ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ, ਪਾਸੇ ਪਲਟਦਿਆਂ ਰਾਤ ਕੱਟੀ ਇਸੇ ਫਿਕਰ 'ਚ, ਪਤਾ ਨਹੀਂ ਬਾਦਸ਼ਾਹ ਸਲਾਮਤ ਦੀ ਲੱਤ ਠੀਕ ਹੈ ਵੀ ਕਿ ਨਹੀਂ। ਹਾਲਾਂਕਿ ਕੁੱਕ ਸੁੱਤਾ ਰਿਹਾ ਚੰਦੂ ਬੇਫਿਕਰੀ ਦੇ ਰੰਗ ਵਿੱਚ। ਸਵੇਰੇ ਸਵੇਰੇ ਆ ਕੇ ਕਹਿੰਦਾ ਬਾਦਸ਼ਾਹ ਵੀ ਮੈਨੂੰ ਤਾਂ ਨੀਂਦ ਨਹੀਂ ਪਈ ਰਾਤ, ਦੱਸੋ ਬਾਦਸ਼ਾਹ ਸਲਾਮਤ ਤੁਹਾਡੀ ਲੱਤ ਠੀਕ ਹੈ, ਹੁਣ ਦਰਦ ਕਿਵੇਂ ਹੈ? ਚਿਤਵਤ ਪੀਰਾ ਆਪ ਕੀ ਮੋਏ ਨੀਂਦ ਨ ਆਈ। ਕਹਿੰਦਾ ਤੁਹਾਡੀ ਪੀੜਾ ਨੂੰ ਚਿਤ ਵਧਿਆ, ਮੈਨੂੰ ਤਾਂ ਨੀਂਦ ਨਹੀਂ ਆਈ ਸਾਰੀ ਰਾਤ, ਮੈਂ ਤਾਂ ਉੱਠ ਕੇ ਬਹਿੰਦਾ ਰਿਹਾ, ਮੇਰਾ ਤਾਂ ਬਸ ਚੱਲਦਾ, ਮੈਂ ਰਾਤੀ ਆ ਜਾਂਦਾ ਤੁਹਾਡੇ ਕੋਲ, ਪਰ ਕੀ ਕਰਦਾ ਬਾਦਸ਼ਾਹ ਸਲਾਮਤ, ਤੁਹਾਡੇ ਆਰਾਮ ਨੂੰ ਵੇਖਦਿਆਂ ਮੈਂ ਨਹੀਂ ਆਇਆ, ਪਰ ਮੈਨੂੰ ਨੀਂਦ ਨਹੀਂ ਆਈ ਸਾਰੀ ਰਾਤ। ਜਾਨਤ ਜਨਮ ਕਿਤਾਬ ਤੇ ਕਿਮ ਸੰਕਟ ਹੋਆ। ਬਾਦਸ਼ਾਹ ਸਮੱਸਿਆ ਬੜੀ ਵੱਡੀ ਬਣ ਗਈ ਆਪਣੇ ਵਾਸਤੇ। ਜੇ ਤੁਹਾਡੀ ਜਨਮ ਪੱਤਰੀ ਮਿਲ ਜਾਂਦੀ, ਫਿਰ ਛੇੜ ਲਈ ਉਹੀ ਗੱਲ ਜਿਹੜੀ ਇੱਕ ਦਿਨ ਪਹਿਲਾਂ ਇਹਨੇ ਕਿਹਾ ਸੀ ਵੀ ਜਨਮ ਪੱਤਰੀ ਚੋਰੀ ਹੋ ਗਈ ਹੈ ਤੁਹਾਡੀ, ਉਹ ਗੱਲ ਦੁਬਾਰਾ ਛੇੜੀ ਇਹਨੇ। ਕਹਿੰਦਾ ਬਾਦਸ਼ਾਹ ਸਲਾਮਤ, ਜੇ ਤੁਹਾਡੀ ਜਨਮ ਪੱਤਰੀ ਅੱਜ ਹੁੰਦੀ ਤੇ ਉਹਦੇ ਤੋਂ ਸਾਰਾ ਅੰਦਾਜ਼ਾ ਲੱਗ ਜਾਣਾ ਸੀ ਵੀ ਤੁਹਾਨੂੰ ਸੱਟ ਵੱਜੀ ਕਿਉਂ ਹੈ, ਤੁਸੀਂ ਘੋੜੇ ਤੋਂ ਡਿੱਗੇ ਕਿਉਂ ਹੋ, ਤੁਹਾਡੀ ਸਾਰੀ ਸਮੱਸਿਆ ਸਾਰੀ ਸਮਝ ਲੈਣੀ ਸੀ ਉਸ ਜਨਮ ਪੱਤਰੀ ਤੋਂ, ਸਾਰਾ ਅੰਦਾਜ਼ਾ ਲੱਗ ਜਾਣਾ ਸੀ ਉਹ ਜਨਮ ਪੱਤਰੀ ਜੇ ਸਾਡੇ ਕੋਲ ਹੁੰਦੀ। ਸੋ ਤਸਕਰ ਹਰ ਲੈ ਗਏ ਕੁਛ ਜਾਏ ਨ ਜੋਆ। ਜਨਮ ਪੱਤਰੀ ਤਾਂ ਕੱਲ ਰਾਤ ਚੋਰ ਲੈ ਗਏ ਨੇ ਚੋਰੀ ਕਰਕੇ, ਪਰ ਪਤਾ ਨਹੀਂ ਵੀ ਉਹ ਕੌਣ ਸਨ, ਕਿੱਧਰੋਂ ਆਏ, ਕਿੱਧਰ ਲੈ ਕੇ ਗਏ ਨੇ। ਕਹਾ ਨਜੂਮੀ ਅਬ ਕਰੇ ਟਿਕ ਹੋਏ ਨਾ ਕਿਤਾਬਾ। ਬਾਦਸ਼ਾਹ ਸਲਾਮਤ, ਨਜੂਮੀ ਵੀ ਉਸ ਕਿਤਾਬ ਤੋਂ ਬਿਨਾ ਅੰਦਾਜ਼ਾ ਨਹੀਂ ਲਾ ਕੇ ਦੱਸ ਸਕਦਾ। ਨਜੂਮੀ ਕੋਲੋਂ ਕਿਤਾਬ ਹੁੰਦੀ ਤਾਂ ਹੀ ਉਹ ਵੇਖ ਕੇ ਦੱਸਦਾ ਜੋਤਸ਼ੀ ਦੇ ਕੋਲ, ਉਸ ਕਿਤਾਬ ਤੋਂ ਬਿਨਾ ਨਜੂਮੀ ਵੀ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਦੱਸ ਸਕਦਾ। ਸ਼ਸਤਰਹੀਨ ਜਿਮ ਸੂਰਮਾ ਕਿਆ ਦੇ ਜਵਾਬਾ। ਜਿਵੇਂ ਸ਼ਸਤਰਹੀਣਾ ਸੂਰਮਾ ਹੋਵੇ ਤੇ ਉਹ ਜੰਗ ਦੇ ਮੈਦਾਨ 'ਚ ਖਲੋਤਾ ਹੋਵੇ, ਦੁਸ਼ਮਣ ਨੂੰ ਕੀ ਜਵਾਬ ਦੇਗਾ ਉਹ, ਜੇ ਉਹਦੇ ਕੋਲ ਹਥਿਆਰ ਹੀ ਨਹੀਂ, ਉਹ ਦੁਸ਼ਮਣ ਨਾਲ ਕੀ ਲੜੇਗਾ, ਕੀ ਜਵਾਬ ਦੇਵੇਗਾ। ਇਸੇ ਤਰ੍ਹਾਂ ਬਾਦਸ਼ਾਹ ਸਲਾਮਤ, ਜੇ ਨਜੂਮੀ ਕੋਲ ਜਨਮ ਪੱਤਰੀ ਨਹੀਂ ਹੈ ਤੁਹਾਡੀ, ਤੇ ਉਹ ਕਿਵੇਂ ਦੱਸੇਗਾ ਵੀ ਤੁਹਾਨੂੰ ਚੋਟ ਕਿਵੇਂ ਵੱਜੀ, ਕਿਉਂ ਵੱਜੀ ਹੈ, ਕਿਹੜੀ ਨਜ਼ਰ ਲੱਗੀ ਹੈ ਤੁਹਾਡੇ ਤੇ, ਕੀ ਗ੍ਰਹਿ ਭਾਰੂ ਪਿਆ ਹੈ, ਉਹ ਤਾਂ ਹੀ ਦੱਸੇਗਾ ਜੇ ਜਨਮ ਪੱਤਰੀ ਹੁੰਦੀ। ਹੁਣ ਦੁਬਾਰਾ ਜਨਮ ਪੱਤਰੀ ਬਣਾਉਣ ਤੇ ਸਮਾਂ ਲੱਗਣਾ, ਉਹ ਕਈ ਦਿਨਾਂ ਬਾਅਦ ਬਣ ਕੇ ਤਿਆਰ ਹੋਣੀ ਜੇ ਦੁਬਾਰਾ ਵੀ ਬਣਾਣੀ ਪਈ, ਪਰ ਹੁਣ ਹੁੰਦੀ ਤੇ ਤੇਰੀ ਸਾਰੀ ਸਮੱਸਿਆ ਦਾ ਸਮਾਧਾਨ ਹੋ ਜਾਣਾ ਸੀ। ਜਹਾਂਗੀਰ ਸੁਨ ਕੇ ਭਨਿਓ
ਅਬ ਸੰਕਟ ਨਾਈ। ਬਾਦਸ਼ਾਹ ਬੋਲਿਆ, ਕਹਿਣ ਲੱਗਾ, ਚੰਦੂ ਫਿਕਰ ਨਾ ਕਰ, ਹੁਣ ਮੈਨੂੰ ਕੋਈ ਬਹੁਤੀ ਦਰਦ ਨਹੀਂ ਹੈ। ਕੱਲ ਸੀ ਦਰਦ, ਪਰ ਅੱਜ ਕੋਈ ਦਰਦ ਨਹੀਂ ਹੈ। ਤਉ ਕਿਤਾਬ ਖੁਜਾਈਐ ਇਸ ਦੇਸ਼ ਕੇ ਮਾਈ। ਚਲੋ ਫਿਰ ਵੀ ਤੁਸੀਂ ਯਤਨ ਕਰਕੇ ਉਹ ਕਿਤਾਬ ਲੱਭੋ, ਇਸ ਦੇਸ਼ ਦੇ ਵਿੱਚ ਹੀ ਹੋਣੀ ਹੈ, ਕਿਤੇ ਇਸ ਇਲਾਕੇ 'ਚ ਹੀ ਹੋਵੇਗੀ ਕਿਸੇ ਕੋਲ। ਉਹ ਕਿਤਾਬ ਦੀ ਤੁਸੀਂ ਭਾਲ ਕਰਵਾਓ। ਲਾਲਚ ਦਰਬ ਦਿਖਾਈਏ ਕੋ ਖੋਜ ਬਤਾਵੇ। ਪੈਸੇ ਦਾ ਲਾਲਚ ਦੇ ਦਿਓ, ਇਲਾਕੇ 'ਚ ਡੋਂਡੀ ਪਿੱਟ ਦਿਓ ਵੀ ਉਹਨੂੰ ਪੈਸਾ ਦਿੱਤਾ ਜਾਏਗਾ, ਇਨਾਮ ਦਿੱਤਾ ਜਾਏਗਾ ਜਿਹੜਾ ਉਸ ਜਨਮ ਪੱਤਰੀ ਨੂੰ ਪਹੁੰਚਾਵੇਗਾ। ਇਹ ਲਾਲਚ ਦੇ ਕੇ ਉਸ ਜਨਮ ਪੱਤਰੀ ਨੂੰ ਪ੍ਰਾਪਤ ਕਰੋ। ਕਰੋ ਯਤਨ ਸਭ ਵਿਦਨ ਕੇ ਜੇ ਕਰ ਸੋ ਪਾਵੇ। ਯਤਨ ਕਰੋ, ਜਿਹੜਾ ਵੀ ਯਤਨ ਤੁਹਾਨੂੰ ਕਰ ਸਕਦੇ ਹੋ ਕਰੋ, ਜਿਸ ਤਰੀਕੇ ਨਾਲ, ਜਿਸ ਯਤਨ ਨਾਲ ਉਹ ਜਨਮ ਪੱਤਰੀ ਮਿਲ ਜਾਵੇ। ਕਹਿ ਚੰਦੂ ਚਿਤ ਆਪ ਕੇ ਐਸੇ ਬੋਚਾਹਾ। ਬਾਦਸ਼ਾਹ ਨੂੰ ਇਹ ਬੋਲਦਿਆਂ ਸੁਣ ਕੇ ਚੰਦੂ ਬੋਲਿਆ, ਕਹਿਣ ਲੱਗਾ, ਬਾਦਸ਼ਾਹ ਸਲਾਮਤ, ਜੇ ਤੁਹਾਡੇ ਮਨ 'ਚ ਚਾਹਨਾ ਹੈ ਕਿ ਉਹ ਜਨਮ ਪੱਤਰੀ ਮਿਲ ਜਾਵੇ, ਸੁਲਭੀ ਕੋ ਤਾਕੀਦ ਕਰ ਭੇਜੋ ਗੁਰ ਪਾਹਾ। ਤੇ ਫਿਰ ਬਾਦਸ਼ਾਹ ਸਲਾਮਤ ਏਦਾਂ ਕਰੋ ਵੀ ਆ ਬੈਠਾ ਸੁਲਭੀ ਖਾਂ, ਬੜਾ ਸਿਆਣਾ ਹੈ, ਦੂਰ ਅੰਦੇਸ਼ੀ ਹੈ, ਸੁਲੀ ਖਾਂ ਦਾ ਭਤੀਜਾ ਹੈ। ਇਹਨੂੰ ਤੁਸੀਂ ਤਾਕੀਦ ਕਰਕੇ ਗੁਰੂ ਜੀ ਕੋਲ ਭੇਜ ਦਿਓ, ਗੁਰੂ ਅਰਜਨ ਦੇਵ ਸਾਹਿਬ। ਇਹਨੂੰ ਤਾਕੀਦ ਕਰਕੇ, ਇਹਨੂੰ ਆਗਿਆ ਕਰਕੇ ਤੁਸੀਂ ਗੁਰੂ ਜੀ ਕੋਲ ਭੇਜ ਦਿਓ। ਕਠਨ ਮ੍ਰਿਦੁਲ ਬਚ ਕਹੇਗੋ ਸਮਝਾਵੇ ਜਾਈ। ਇਹ ਜਾ ਕੇ ਕਠਨ ਬੋਲਣਾ ਪਿਆ ਤਾਂ ਕਠਨ ਬੋਲੇਗਾ, ਜੇ ਮਿੱਠਾ ਬੋਲਿਆ ਗੱਲ ਬਣਦੀ ਹੋਈ ਤੇ ਮਿੱਠਾ ਬੋਲ ਕੇ ਗੁਰੂ ਜੀ ਨੂੰ ਸਮਝਾਵੇਗਾ, ਉਹਨਾਂ ਨੂੰ ਮਨਾ ਕੇ ਉਹ ਜਨਮ ਪੱਤਰੀ ਉਹਨਾਂ ਕੋਲੋਂ ਲੈਣ ਦਾ ਯਤਨ ਕਰੇਗਾ। ਜੇ ਕੌੜਾ ਬੋਲਣਾ ਪਿਆ ਤਾਂ ਕੌੜਾ ਵੀ ਬੋਲ ਪਏਗਾ, ਜੇ ਮਿੱਠਾ ਬੋਲ ਕੇ ਗੱਲ ਬਣਦੀ ਹੋਈ ਤਾਂ ਮਿੱਠਾ ਬੋਲ ਕੇ ਬਣਾ ਲਵੇਗਾ। ਲਿਹੇ ਕਿਤਾਬ ਸੋ ਤਿਨੋ ਤੇ ਤਸ ਕਰਨ ਦੋਰਾਈ। ਜਿਹੜੀ ਕਿਤਾਬ ਤੁਹਾਡੀ ਜਨਮ ਪੱਤਰੀ ਦੀ ਇੱਥੋਂ ਚੋਰੀ ਹੋਈ ਹੈ, ਚੋਰ ਜ਼ਰੂਰ ਉਹਦਾ ਕੋਲ ਹੀ ਲੈ ਕੇ ਗਏ ਹੋਣਗੇ। ਉਹ ਕਿਤਾਬ ਜ਼ਰੂਰ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਹੀ ਮਿਲੇਗੀ। ਨਹੀਂ ਸਪਾਰਸ਼ ਕੋ ਸੁਨੇ ਤਿਸ ਕੋ ਡਰ ਪਾਵੇ। ਹਾਂ, ਕਿਉਂਕਿ ਉਹ ਕਿਸੇ ਦੀ ਸਿਫਾਰਿਸ਼ ਨਹੀਂ ਸੁਣਦਾ। ਜਦੋਂ ਤੁਸੀਂ ਉਹਨੂੰ ਡਰਾਵਾ ਦਿਓਗੇ ਆਪਣਾ ਕੋਈ ਅਹਿਲਕਾਰ ਭੇਜ ਕੇ, ਤਾਂ ਉਹ ਤੁਹਾਡਾ ਡਰਾਵਾ ਜ਼ਰੂਰ ਮੰਨਣਗੇ। ਬਿਨ ਡਰ ਪੇ ਕੋ ਦੇਤ ਨੇ ਸਭ ਕੇ ਬਨ ਆਵੇ। ਡਰ ਤੋਂ ਬਿਨਾਂ ਤਾਂ ਗੱਲ ਬਣਨੀ ਵੀ ਨਹੀਂ। ਬਾਦਸ਼ਾਹ ਜਿਨ੍ਹਾਂ ਨੇ ਨਿਡਰ ਹੋ ਕੇ ਤੇਰੀ ਜਨਮ ਪੱਤਰੀ ਚੋਰੀ ਕੀਤੀ, ਜਦੋਂ ਤੱਕ ਉਹਨਾਂ ਨੂੰ ਡਰ ਦਿੰਦਾ ਨਹੀਂ, ਉਦੋਂ ਤੱਕ ਥੋੜੀ ਉਹਨਾਂ ਨੇ ਤੇਰੀ ਜਨਮ ਪੱਤਰੀ ਦੇ ਦੇਣੀ ਹੈ। ਉਹ ਤਾਂ ਲੈਣ ਵਾਸਤੇ ਉਹਨਾਂ ਨੂੰ ਡਰਾਵਾ ਦੇਣਾ ਪਵੇਗਾ। ਕਰੇ ਦਰੋ ਸ਼ਾਹ ਨਾ ਲਖੇ ਕਹਿ ਚੰਦੂ ਸੰਗਾ। ਹੁਣ ਚੰਦੂ ਮਨ 'ਚ ਦਰੋਹ ਕਰ ਰਿਹਾ, ਇਸ ਗੱਲ ਦਾ ਪੂਰਨ ਤੌਰ ਤੇ ਬਾਦਸ਼ਾਹ ਨੂੰ ਨਹੀਂ ਪਤਾ। ਪਤਾ ਵੀ ਹੈ ਪਰ ਫਿਰ ਵੀ ਅਣਜਾਣ ਬਣਿਆ ਹੋਇਆ। ਉਸ ਵਕਤ ਬਾਦਸ਼ਾਹ ਨੇ ਚੰਦੂ ਦੇ ਮਨ ਦਾ ਇਹ ਦਰੋਹ ਨਹੀਂ ਜਾਣਿਆ, ਨਹੀਂ ਭਾਂਪਿਆ। ਪ੍ਰਥਮ ਬਿਨੈ ਕੇ ਬੈਨ ਕੈ ਨੈ ਕਹੇ ਕੁਟੰਗਾ। ਚੰਦੂ ਦੀ ਗੱਲ 'ਚ ਹਾਮੀ ਭਰ ਦਿੱਤੀ ਜੋ ਚੰਦੂ ਚਾਹੁੰਦਾ ਸੀ। ਕਹਿੰਦਾ, ਦੀਵਾਨ ਸਾਹਿਬ ਠੀਕ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਇਦਾਂ ਹੀ ਕਰ ਲੈਨੇ ਆ, ਪਰ ਤੁਸੀਂ ਜਿਹੜਾ ਬੰਦਾ ਭੇਜਣਾ, ਚਾਹੇ ਸੁਲਭੀ ਖਾਂ ਨੂੰ ਵੀ ਭੇਜਣਾ, ਤੇ ਇਹਨੂੰ ਕਹਿ ਦਿਓ ਕਿ ਪਹਿਲਾਂ ਜਾ ਕੇ ਗੁਰੂ ਸਾਹਿਬ ਨੂੰ ਕੌੜਾ ਨਹੀਂ ਬੋਲਣਾ, ਬੇਨਤੀ ਕਰਨੀ ਹੱਥ ਜੋੜ। ਉਹ ਗੁਰੂ ਪੀਰ ਲੋਕ ਨੇ, ਸਮਾਜ ਵਿੱਚ ਉਹਨਾਂ ਦਾ ਸਤਿਕਾਰ ਹੈ। ਤੁਸੀਂ ਪਹਿਲਾਂ ਜਾ ਕੇ ਉਹਨਾਂ ਨੂੰ ਕੋਈ ਕੜਵਾ ਬੋਲੀ ਨਹੀਂ ਬੋਲਣੀ, ਹੱਥ ਜੋੜ ਕੇ ਸਨਿਮਰ ਭਾਵ ਨਾਲ ਉਹਨਾਂ ਨੂੰ ਬੇਨਤੀ ਕਰਨੀ ਹੈ। ਮਮ ਦਿਸ਼ ਤੇ ਸਮਝਾਏ ਹੈ ਨੈ ਚੋਰ ਰੱਖੀ ਜੇ। ਮੇਰੇ ਵੱਲੋਂ ਉਹਨਾਂ ਨੂੰ ਸਮਝਾਉਣਾ ਹੈ ਕਿ ਗੁਰੂ ਜੀ ਤੁਸੀਂ ਆਪਣੇ ਕੋਲ ਚੋਰ ਨਹੀਂ ਰੱਖਣੇ, ਤੁਸੀਂ ਆਪਣੇ ਕੋਲ ਚੋਰਾਂ ਨੂੰ ਪਨਾਹ ਨਹੀਂ ਦੇਣੀ। ਹਾਲਾਂਕਿ ਸਭ ਦੂਸ਼ਣਬਾਜ਼ੀਆਂ ਨੇ। ਇਹ ਤਾਂ ਉਹ ਘਰ ਹੈ ਕਿ ਜਿਹੜਾ ਕੋਈ ਚੋਰੀ ਕਰਨ ਦੀ ਮਨਸਾ ਨਾਲ ਆਉਂਦਾ ਵੀ ਹੈ ਤਾਂ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਸਾਧੂ ਬਣ ਜਾਂਦਾ ਹੈ। ਔਰ ਇਹਦੀ ਪ੍ਰਤੱਖ ਉਦਾਹਰਣ ਹੈ ਬਾਬਾ ਬਿਧੀ ਚੰਦ ਜੀ। ਚੋਰੀਆਂ ਹੀ ਕਰਦੇ ਸੀ ਨਾ, ਮੱਝਾਂ ਚੋਰੀ ਕਰਕੇ ਲਿਆਏ ਸੀ ਪਹਿਲਾਂ ਸਰਾਲੀ ਤੋਂ।
ਰਸਤੇ ਵਿੱਚ ਭਾਈ ਅਦਲੀ ਨਾਲ ਸੰਗ ਹੋਇਆ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਆਏ ਤੇ ਸਿੱਖ ਹੋ ਗਏ। ਪਰ ਇਹਨਾਂ ਨੂੰ ਗੁਰੂ ਘਰ ਦੀ ਮਹਿਮਾ ਦਾ ਨਹੀਂ ਪਤਾ। ਚੰਦੂ ਨੇ, ਕਿਉਂਕਿ ਬਾਦਸ਼ਾਹ ਲੋਕ ਜਿਹੜੇ ਹੁੰਦੇ ਨੇ ਅਕਸਰ ਕੰਨਾਂ ਦੇ ਕੱਚੇ ਹੁੰਦੇ ਨੇ, ਉਹਨਾਂ ਨੂੰ ਜਿਵੇਂ ਕੋਈ ਕਹਿੰਦਾ ਉਸੇ ਤਰ੍ਹਾਂ ਉਹ ਮੰਨੀ ਜਾਂਦੇ ਨੇ। ਉਹਨਾਂ ਦੇ ਕੰਨ ਜਿਹੜੇ ਹੁੰਦੇ ਨੇ ਨਾ ਬਾਦਸ਼ਾਹਾਂ ਦੇ ਬੜੇ ਵੱਡੇ ਹੁੰਦੇ ਆ। ਇਦਾਂ ਦੇ ਚਾਪਲੂਸ ਲੋਕ ਜਿਹੋ ਜੀਆਂ ਗੱਲਾਂ ਉਹਨਾਂ ਦੇ ਕੰਨਾਂ ਵਿੱਚ ਪਾਉਂਦੇ ਨੇ ਉਹੀ ਉਹਨਾਂ ਦਾ ਸੰਸਾਰ ਹੁੰਦਾ ਹੈ, ਉਹੀ ਉਹਨਾਂ ਦਾ ਸਮਾਜ ਹੁੰਦਾ, ਆਲਾ ਦੁਆਲਾ ਹੀ। ਆਮ ਲੋਕਾਂ ਦੇ ਨਾਲ ਉਹਨਾਂ ਦਾ ਮੇਲ ਚੋਲ ਹੁੰਦਾ ਹੀ ਨਹੀਂ। ਬਾਦਸ਼ਾਹ ਕਹਿੰਦਾ ਗੁਰੂ ਸਾਹਿਬ ਨੂੰ ਤੁਸੀਂ ਪਹਿਲਾਂ ਪਿਆਰ ਨਾਲ ਸਮਝਾਓ ਮੇਰੇ ਵੱਲੋਂ ਜਾ ਕੇ ਕਿ ਗੁਰੂ ਜੀ ਜੇ ਤੁਸੀਂ ਚੋਰ ਰੱਖੇ ਨੇ ਆਪਣੇ ਕੋਲ ਤਾਂ ਉਹਨਾਂ ਚੋਰਾਂ ਨੂੰ ਆਪਣੇ ਕੋਲ ਨਾ ਰੱਖੋ। ਜੇਕਰ ਖਰਚ ਵਿਸਾਲ ਹੈ ਤਨ ਹਮ ਤੇ ਲੀਜੈ। ਜੇਕਰ ਗੁਰੂ ਘਰ ਦਾ ਖਰਚ ਜ਼ਿਆਦਾ ਹੈ, ਪੈਸਾ ਚਾਹੀਦਾ ਹੈ, ਤਾਂ ਉਹ ਮੈਂ ਸਰਕਾਰੀ ਖਜ਼ਾਨੇ ਚੋਂ ਦੇ ਦੇਣਾ। ਜਿੰਨਾ ਪੈਸਾ ਉਹ ਕਹਿਣਗੇ ਉਹ ਮੈਂ ਦੇਣ ਨੂੰ ਤਿਆਰ ਹਾਂ। ਕਿਦੋ ਗ੍ਰਾਮ ਲਿਓ ਔਰ ਅਬ ਮੰਦੀ ਤਜ ਚੋਰੀ। ਜੇ ਉਹਨਾਂ ਨੂੰ ਹੋਰ ਪਿੰਡ ਚਾਹੀਦੇ ਨੇ ਜਗੀਰ ਵਜੋਂ ਤਾਂ ਮੈਂ ਉਹ ਵੀ ਦੇ ਦੇਣਾ, ਪਰ ਆ ਜਿਹੜੀ ਚੋਰੀ ਕਰਨੀ ਹੈ ਬੜਾ ਮੰਦਾ ਕੰਮ ਹੈ, ਇਹ ਛੱਡ ਦੇਣ। ਹੋਤ ਪੀਰ ਜੀ ਪਾਪ ਵੱਡ ਕਬ ਕਰੇ ਜੇ ਥੋਰੀ। ਇਹ ਬੜਾ ਵੱਡਾ ਪਾਪ ਹੁੰਦਾ ਚੋਰੀ ਕਰਨਾ, ਇਹ ਬੜਾ ਵੱਡਾ ਗੁਨਾਹ ਹੁੰਦਾ ਹੈ, ਇਹ ਨਹੀਂ ਸਾਨੂੰ ਕਰਨੀ ਚਾਹੀਦੀ। ਬਿਨੈ ਕਰੋ ਬੋ ਭਾਂਤ ਕੀ ਮ੍ਰਿਦ ਕੈ ਸਮਝਾਓ। ਕਹਿੰਦੇ ਸੁਲਭੀ ਖਾਂ ਜੇ ਤੂੰ ਜਾਣਾ ਤਾਂ ਗੁਰੂ ਜੀ ਨੂੰ ਬੇਨਤੀ ਕਰਕੇ ਕਹਿਣੀਆਂ ਨੇ ਗੱਲਾਂ ਸਾਰੀਆਂ, ਕਿਤੇ ਜਾ ਕੇ ਤੂੰ ਦਬਕੇ ਮਾਰਨ ਲੱਗ ਪਵੇਂ, ਐਦਾਂ ਨਹੀਂ ਕਰਨਾ। ਇਹ ਸਾਰੀਆਂ ਗੱਲਾਂ ਉਹਨਾਂ ਨੂੰ ਬੇਨਤੀ ਰੂਪ ਵਿੱਚ ਹੀ ਕਹਿਣੀਆਂ, ਬੇਨਤੀ ਕਰਕੇ। ਤਸਕਰ ਰਾਖੇ ਕੈ ਨਹੀਂ ਇਹ ਨਿਸ਼ਚਾ ਪਾਓ। ਪਹਿਲਾਂ ਉਹਦਾ ਨਿਰਣਾ ਵੀ ਕਰਨਾ, ਇਹ ਨਹੀਂ ਵੀ ਸਿੱਧਾ ਜਾ ਕੇ ਉਹਨਾਂ ਤੇ ਦੋਸ਼ ਲਾ ਦੇਣਾ ਵੀ ਗੁਰੂ ਜੀ ਤੁਸੀਂ ਚੋਰ ਆਪਣੇ ਕੋਲ ਨਾ ਰੱਖੋ। ਪਹਿਲਾਂ ਜਾ ਕੇ ਪੜਚੋਲ ਕਰਨੀ ਹੈ, ਪੜਤਾਲ ਕਰਨੀ ਕਿ ਵਾਕਈ ਗੁਰੂ ਜੀ ਕੋਲ ਚੋਰ ਹੈਣ ਵੀ ਕਿ ਲੋਕਾਂ ਨੇ ਉਦਾਂ ਹੀ ਗੱਲ ਧੁਮਾਈ ਹੋਈ, ਉਦਾਂ ਹੀ ਤਾਂ ਨਹੀਂ ਧੁਮਾਈ ਹੋਈ। ਕਿ ਬਾਦਸ਼ਾਹ ਤੱਕ ਸ਼ੇਖ ਅਹਿਮਦ ਸਰਹੰਦੀ ਵਰਗਿਆਂ ਨੇ ਵੀ ਇਹੀ ਗੱਲਾਂ ਪਹੁੰਚਾਈਆਂ ਹੋਈਆਂ ਸੀ। ਤੁਝ ਕੇ ਜਹਾਂਗੀਰੀ ਦੇ ਵਿੱਚ ਬਾਦਸ਼ਾਹ ਨੇ ਇਹਨਾਂ ਗੱਲਾਂ ਦਾ ਜ਼ਿਕਰ ਵੀ ਕੀਤਾ ਹੋਇਆ। ਉਹ ਕਹਿੰਦਾ ਤੁਸੀਂ ਜਾ ਕੇ ਪਹਿਲਾਂ ਨਿਰਣਾ ਕਰਨਾ ਵੀ ਵਾਕਈ ਇਹ ਗੱਲ ਸੱਚ ਹੈ ਜਾਂ ਝੂਠ ਹੈ। ਜੇ ਸੱਚੀ ਹੈ ਫੇਰ ਗੁਰੂ ਜੀ ਨਾਲ ਤੁਸੀਂ ਉਹ ਵੀ ਗੱਲ ਕਰਨੀ ਤੇ ਤਾਂ ਵੀ ਪਿਆਰ ਨਾਲ ਕਰਨੀ ਹੈ। ਸੁਨ ਸੁਲਭੀ ਕਰ ਜੋਰ ਕੈ ਜਿਮ ਆਇਸ ਪਾਉ। ਸੁਲਭੀ ਖਾਂ ਉੱਠ ਖਲੋਤਾ ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਸਲਾਮਤ, ਜਿਵੇਂ ਆਪ ਜੀ ਦੀ ਆਗਿਆ ਹੋਵੇਗੀ, ਜਿਵੇਂ ਆਪ ਜੀ ਦਾ ਫਰਮਾਨ ਹੋਵੇਗਾ ਮੈਂ ਉਸੇ ਤਰ੍ਹਾਂ ਕਰਾਂਗਾ। ਮਿਲ ਪਰਖੋਂ ਸਭ ਬਾਰਤਾ ਨੀਕੇ ਸਮਝਾਉ। ਮੈਂ ਜਾ ਕੇ ਗੁਰੂ ਜੀ ਨਾਲ ਮੁਲਾਕਾਤ ਕਰਕੇ ਪੂਰੀ ਪਰਖ ਕਰਾਂਗਾ, ਪਰਖ ਕਰਕੇ ਸਾਰੀ ਗੱਲਬਾਤ ਦਾ ਨਿਰਣਾ ਕਰਾਂਗਾ। ਜਿਮ ਨਿਕਸੇ ਚੋਰੀ ਕਰੀ ਤਿਮ ਰਚੋਂ ਉਪਾਇਆ। ਜਿਵੇਂ ਮੈਂ ਵੇਖਾਂਗਾ ਕਿ ਉਹਨਾਂ ਦੇ ਘਰ ਵਿੱਚ ਜੇ ਕੋਈ ਚੋਰੀ ਦੀ ਵਸਤੂ ਮੈਨੂੰ ਦਿਸੀ ਜਾਂ ਮਿਲੀ, ਉਹਦੇ ਮੁਤਾਬਕ ਹੀ ਫਿਰ ਮੈਂ ਅੱਗੇ ਨਿਰਣਾ ਕਰਾਂਗਾ। ਅਪਰ ਥਾਨ ਖੋਜੋਂ ਪਲੇ ਦੇ ਦਰਬ ਸਵਾਇਆ। ਪਹਿਲਾਂ ਮੈਂ ਆਲੇ ਦੁਆਲੇ ਯਤਨ ਕਰਾਂਗਾ ਵੀ ਜਿਹੜਾ ਤੁਹਾਡਾ ਸਮਾਨ ਚੋਰੀ ਹੋਇਆ ਬਾਦਸ਼ਾਹ ਉਹ ਕਿਸੇ ਤਰੀਕੇ ਮਿਲ ਜਾਏ। ਜੇ ਮੈਨੂੰ ਪੈਸਾ ਵੀ ਖਰਚਣਾ ਪਿਆ ਤਾਂ ਜੀ ਮੈਂ ਪੈਸਾ ਵੀ ਖਰਚਾਂਗਾ। ਇਹਦਾ ਮਤਲਬ ਇਹ ਸੀ ਵੀ ਬਾਦਸ਼ਾਹ ਮੈਨੂੰ ਕੁਝ ਪੈਸੇ ਵੀ ਦੇ ਕੇ ਟੋਰੇ, ਇਸੇ ਕਰਕੇ ਕਹਿ ਰਿਹਾ ਕਿ ਜੀ ਜੇ ਮੈਨੂੰ ਪੈਸਾ ਖਰਚਣਾ ਪਿਆ ਤਾਂ ਜੀ ਮੈਂ ਉਹ ਵੀ ਖਰਚਾਂਗਾ। ਤੇ ਤੁਸੀਂ ਇੱਕ ਵਾਰੀ ਮੈਨੂੰ ਜਾਣ ਦਿਓ ਤੇ ਮੈਂ ਪੂਰਾ ਯਤਨ ਕਰਾਂਗਾ ਕਿ ਤੁਹਾਡੀ ਜਿਹੜੀ ਜਨਮ ਪੱਤਰੀ ਗਵਾਚੀ ਹੋਈ ਹੈ ਜਾਂ ਹੋਰ ਸਮਾਨ ਗਵਾਚਾ ਹੋਇਆ ਉਹ ਲੱਭ ਜਾਵੇ, ਮਿਲ ਜਾਵੇ। ਜਿਉਂ ਕਿਉਂ ਕਰਕੇ ਆਨ ਹੋ ਤਨ ਕਹਿ ਦਿਓ ਤਰਾਸਾ। ਮੈਂ ਗੁਰੂ ਜੀ ਨੂੰ ਵੀ ਜਾ ਕੇ ਮਿਲਾਂਗਾ, ਜਿਵੇਂ ਕਿਵੇਂ ਕਰਕੇ ਮੈਂ ਹੋ ਸਕੇ ਤੇ ਉਹਨਾਂ ਨੂੰ ਤੁਹਾਡੇ ਕੋਲ ਲੈ ਕੇ ਵੀ ਆਵਾਂਗਾ। ਜੇ ਧਨ ਦਿੱਤੇ ਆ ਗੁਰੂ ਜੀ ਮੰਨੇ ਤਾਂ ਮਨਾਵਾਂਗਾ, ਜੇ ਡਰ ਦਿੱਤੇ ਆ ਮੰਨੇ ਤਾਂ ਮਨਾਵਾਂਗਾ। ਬ੍ਰਿਛ ਹਲਾਏ ਦੇਤ ਫਲ ਨਹੀਂ ਤਾਂ ਪੂਰੇ ਨ ਆਸਾ। ਬਾਦਸ਼ਾਹ ਸਲਾਮਤ ਦਰਖਤ ਕੋਲੋਂ ਵੀ ਫਲ ਲੈਣਾ ਹੋਵੇ ਨਾ ਤੇ ਦਰਖਤ ਹਿਲਾਣਾ ਪੈਂਦਾ ਪਹਿਲਾਂ ਜ਼ੋਰ ਨਾਲ ਉਹਨੂੰ, ਤਾਂ ਹੀ ਉਹਦੇ ਕੋਲੋਂ ਫਲ ਮਿਲਦਾ। ਏਦਾਂ ਦਰਖਤ ਵੀ ਨਹੀਂ ਫਲ ਦਿੰਦਾ ਕਿਸੇ ਨੂੰ।
ਇਸੇ ਤਰ੍ਹਾਂ ਜੇ ਗੁਰੂ ਸਾਹਿਬ ਦੇ ਕੋਲੋਂ ਵੀ ਪੂਰੀ ਗੱਲ ਕਰਾਉਣੀ ਆ, ਆਪਣੀ ਮਨਾਉਣੀ ਆ, ਤਾਂ ਮੈਨੂੰ ਥੋੜਾ ਬਹੁਤਾ ਤਾਂ ਡਰਾਵਾ ਦੇਣਾ ਹੀ ਪੈਣਾ ਹੈ। ਤੇ ਮੈਨੂੰ ਡਰਾਵਾ ਦੇ ਕੇ ਹੀ ਗੱਲ ਬਣਨੀ ਹੈ। ਇਤਿਆਦਤ ਕਹਿ ਚੜ ਚੱਲਿਓ ਸੁਲਭੀ ਮਤ ਹੀਨਾ। ਮਤ ਤੋਂ ਹੀਣਾ ਸੁਲਭੀ ਖਾਂ, ਇਹ ਕਹਿ ਕੇ ਬਾਦਸ਼ਾਹ ਕੋਲੋਂ ਆਗਿਆ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ। ਉਧਰ ਨੂੰ ਚੜ੍ਹਾਈ ਕੀਤੀ। ਭੈੜੀ ਮੱਤ ਵਾਲੇ ਨੂੰ ਇਹ ਨਹੀਂ ਸੀ ਪਤਾ ਕਿ ਕਿਹੜੀ ਮਾੜੀ ਘੜੀ ਹੈ ਜਦੋਂ ਇਹ ਚੜ੍ਹਨ ਲੱਗਾ। ਗੁਰੂ ਘਰ ਦੇ ਉੱਤੇ ਚੜ੍ਹਾਈ ਕਰਕੇ ਚੱਲਿਆ। ਉਸ ਗੁਰੂ ਘਰ ਤੇ ਜਿਸ ਗੁਰੂ ਘਰ ਦੇ ਵਿੱਚੋਂ ਰੋਜ਼ ਅਰਦਾਸ ਕੀਤੀ ਜਾਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਉਸ ਘਰ ਤੇ ਵੈਰ ਰੱਖ ਕੇ ਆਪਣੇ ਮਨ 'ਚ, ਉਹ ਵੀ ਬਿਨਾਂ ਕਾਰਨ ਤੋਂ ਹੀ। ਸੁਲਭੀ ਤਾਂ ਧੱਕੇ ਨਾਲ ਹੀ ਦੁਸ਼ਮਣ ਬਣਿਆ ਹੋਇਆ ਹੈ। ਕਹਿੰਦਾ ਮੈਂ ਆਪਣੇ ਚਾਚੇ ਦਾ ਵੈਰ ਲੈਣਾ। ਉਹ ਭਲਾ ਤੇਰਾ ਚਾਚਾ ਮਰਿਆ ਜਾ ਕੇ ਉਹਦੇ ਵਿੱਚ ਅੱਗ 'ਚ ਸੜ ਕੇ ਮੁਇਆ, ਉਹਦਾ ਕੀ ਸਬੰਧ ਸੀ? ਗੁਰੂ ਪਾਤਸ਼ਾਹ ਨੇ ਕੀ ਉਹਦਾ ਵਿਗਾੜਿਆ ਸੀ? ਕਹਿੰਦਾ ਜਿਹੜਾ ਕੰਮ ਉਹਦੇ ਕੋਲ ਨਹੀਂ ਹੋਇਆ ਉਹ ਮੈਂ ਕਰਾਂਗਾ। ਬਿਨਾਂ ਗੱਲ ਤੋਂ ਹੀ ਮਨ 'ਚ ਵੈਰ ਚਿਤਵ ਕੇ ਚੜਿਆ। ਮਾੜੀ ਘੜੀ ਸੀ, ਭੈੜੀ ਮੱਤ ਵਾਲਾ ਚੜਿਆ। ਪ੍ਰੇਰਿਓ ਕਾਲ ਸੋ ਦੁਰਮਤੀ ਖਲ ਉਰਨੇ ਚੀਨਾ। ਦਰਅਸਲ ਮੌਤ ਇਹਨੂੰ ਪ੍ਰੇਰ ਕੇ ਲੈ ਚੱਲੀ ਹੈ। ਸੁਲਭੀ ਖਾਂ ਦੀ ਮੌਤ ਜਿਹੜੀ ਹੈ ਨਾ, ਉਹ ਇਹਨੂੰ ਪ੍ਰੇਰ ਕੇ ਲੈ ਚੱਲੀ ਤੇ ਮੂਰਖ ਨੂੰ ਸਮਝ ਨਹੀਂ ਆ ਰਹੀ। ਜਿਮ ਅਜਗਰ ਕੇ ਮੁਖ ਪਰੇ ਅੰਧਾ ਬਿਨ ਏਰੇ। ਜਿਵੇਂ ਕੋਈ ਅੱਖਾਂ ਤੋਂ ਅੰਨਾ ਬੰਦਾ ਅਜਗਰ ਦੇ ਮੂੰਹ ਵਿੱਚ ਨਹੀਂ ਪੈ ਜਾਂਦਾ, ਆਪ ਹੀ ਅਜਗਰ ਦਾ ਮੂੰਹ ਹੋਵੇ ਤੇ ਉਹਦੇ ਵਿੱਚ ਆਪ ਹੀ ਜਾ ਕੇ ਆਪਣਾ ਆਪ ਦੇ ਦੇਵੇ, ਫਿਰ ਉਹ ਬਚ ਨਹੀਂ ਸਕਦਾ। ਅਜਗਰ ਇੱਕ ਵਾਰੀ ਜਦੋਂ ਨਿਗਲ ਲਵੇ ਨਾ, ਆਪਣੀ ਕੁੰਡਲੀ 'ਚ ਲੈ ਲਵੇ, ਫਿਰ ਨਹੀਂ ਛੱਡਦਾ। ਤੇ ਕਹਿੰਦੇ ਜਿਵੇਂ ਅਜਗਰ ਦੇ ਮੂੰਹ ਵਿੱਚ ਅੰਨਾ ਬੰਦਾ ਆਪਣਾ ਆਪ ਕਾਬੂ ਕਰਾ ਲੈਂਦਾ ਹੈ, ਉਹੀ ਹਾਲ ਇਸ ਪਾਪੀ ਸੁਲਭੀ ਦਾ ਹੈ। ਕਾਲ ਦੇ ਮੂੰਹ ਦੇ ਵਿੱਚ ਆਪ ਜਾਣ ਲੱਗਾ ਹੈ। ਬਿਨ ਕਾਰਨ ਦਰੋਹੀ ਦੁਸ਼ਟ ਕਰ ਕ੍ਰੋਧ ਬਡੇਰੇ। ਬਿਨਾਂ ਕਾਰਨ ਤੋਂ ਹੀ ਗੁਰੂ ਘਰ ਨਾਲ ਦਰੋਹ ਰੱਖੀ ਬੈਠਾ ਹੈ, ਹਾਲਾਂਕਿ ਕੋਈ ਕਾਰਨ ਨਹੀਂ। ਗੁਰੂ ਪਾਤਸ਼ਾਹ ਦੇ ਘਰ ਨਾਲ ਕੋਈ ਇਹਦੀ ਜਾਇਦਾਦ ਨਹੀਂ ਸਾਂਝੀ ਵੀ ਜਿਹੜੀ ਇਹਨੇ ਵੰਡਣੀ ਹੈ। ਕੋਈ ਟੈਕਸ ਨਹੀਂ ਲੈਣਾ ਗੁਰੂ ਘਰੋਂ ਇਹਨੇ, ਕੋਈ ਹੋਰ ਚੀਜ਼ ਦੀ ਸਾਂਝ ਨਹੀਂ ਸੀ ਇਹਦੀ ਗੁਰੂ ਘਰ ਨਾਲ। ਬਿਨਾਂ ਗੱਲ ਤੋਂ ਹੀ ਵੇਖੋ ਰਾਹ ਜਾਂਦਾ ਹੀ ਮਨ 'ਚ ਵੈਰ ਚਿਤ ਵੀ ਬੈਠਾ। ਬਸ ਇਹ ਗੱਲ ਮੈਂ ਆਪਣੇ ਚਾਚੇ ਦਾ ਵੈਰ ਲੈਣਾ। ਉਹ ਭਲਿਆ ਮਾਨਸਾ, ਦੱਸ ਤੇਰੇ ਚਾਚੇ ਨੂੰ ਸਿੱਖਾਂ ਨੇ ਆ ਕੇ ਮਾਰਿਆ? ਆਪਣੀਆਂ ਕਰਤੂਤਾਂ ਕਰਕੇ ਮਰਿਆ, ਉਹਨਾਂ ਕਰਕੇ ਤੈਂ ਮਰਨਾ। ਇਹ ਮਨ 'ਚ ਈਰਖਾ ਰੱਖ ਕੇ ਦਵੈਸ਼ ਕਰਕੇ ਜਾ ਰਿਹਾ ਹੈ। ਕਰੇ ਵੈਰ ਨਿਰਵੈਰ ਸੋ ਤਤ ਛਿਨ ਮ੍ਰਿਤਿਉ ਪਾਵੈ। ਖਾਲਸਾ ਜੀ, ਕਿਸੇ ਨਿਰਵੈਰ ਨਾਲ ਜੇ ਕੋਈ ਵੈਰ ਰਚਾਉਂਦਾ ਨਾ, ਤੇ ਉਸ ਵੈਰ ਰੱਖਣ ਵਾਲੇ ਨੂੰ ਤਤ ਛਿਨ ਮੌਤ ਆ ਕੇ ਗਰਸ ਲੈਂਦੀ ਹੈ। ਇਹ ਸੁਭਾਵਕ ਹੈ। ਬਿਲਕੁਲ ਨਿਰਵੈਰ ਦੇ ਨਾਲ ਕੋਈ ਵੈਰ ਰਚਾਵੇਗਾ, ਸਤਿਗੁਰੂ ਜੀ ਤਾਂ ਨਿਰਵੈਰ ਹਨ, ਤੇ ਉਹਨਾਂ ਨਾਲ ਕੋਈ ਵੈਰ ਰਚਾਵੇਗਾ, ਉਹ ਤਤ ਛਿਰ ਮਿਰਤੂ ਪਾਵੇਗਾ। ਜੋ ਜੋ ਤੁਮਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਹਾਂਜੀ, ਜਮ ਗੈ ਗੇਰੇ ਨਰਕ ਮੈਂ ਦੁਖ ਤੇ ਬਿਲ ਲਾਵੈ। ਉਹਨੂੰ ਜਮ ਫੜ ਕੇ ਨਰਕਾਂ ਵਿੱਚ ਸੁੱਟਦਾ ਹੈ। ਇਦਾਂ ਦੇ ਲੋਕਾਂ ਨੂੰ ਤੇ ਨਰਕਾਂ ਵਿੱਚ ਪਏ ਸੈਂਕੜੇ ਜੁਗਾਂ ਤਾਈਂ ਇਦਾਂ ਦੇ ਬੰਦੇ ਫਿਰ ਕੁਰਲਾਪ ਕਰਦੇ ਰਹਿੰਦੇ ਨੇ, ਪਰ ਉਹਨਾਂ ਨੂੰ ਨਰਕਾਂ ਚੋਂ ਕੱਢਿਆ ਨਹੀਂ ਜਾਂਦਾ। ਉਸੇ ਨਰਕਾਂ ਦੀ ਅੱਗ ਵਿੱਚ ਬਾਰ-ਬਾਰ ਉਹਨਾਂ ਨੂੰ ਜਲਾਇਆ ਜਾਂਦਾ, ਸਾੜਿਆ ਜਾਂਦਾ ਹੈ। ਗਿਰ ਸੋ ਸਿਰ ਮਾਰੇ ਸਬਲ ਫੂਟਤ ਮਰ ਜੈ। ਜਿੱਡਾ ਵੱਡਾ ਮਰਜੀ ਤਾਕਤਵਰ ਹੋਵੇ, ਪਹਿਲਵਾਨ ਹੀ ਕਿਉਂ ਨਾ ਹੋਵੇ, ਮਣਾ ਮੂੰਹ ਦੇਸੀ ਘਿਓ ਨਾ ਖਾ ਗਿਆ ਹੋਵੇ, ਜਿੱਡਾ ਵੱਡਾ ਮਰਜੀ ਬਲਵਾਨ ਹੋਵੇ, ਜੇ ਪਹਾੜ ਨਾਲ ਜਾ ਕੇ ਸਿਰ ਮਾਰੇਗਾ ਤੇ ਮਰੇਗਾ ਹੀ ਨਾ। ਜਿੱਡਾ ਵੱਡਾ ਮਰਜੀ ਤਾਕਤਵਰ ਹੋਵੇ, ਪਹਾੜ ਜਿੰਨਾ ਤਾਂ ਨਹੀਂ ਕੋਈ ਤਾਕਤਵਰ ਕਿ ਪਹਾੜ ਨੂੰ ਜਾ ਕੇ ਸਿਰ ਮਾਰੇ ਤੇ ਪਹਾੜ ਟੁੱਟਦਾ ਨਹੀਂ, ਇਹਦਾ ਕੁਝ ਰਹਿਣਾ ਨਹੀਂ। ਉਹੀ ਹਾਲਤ ਸੁਲਭੀ ਖਾਂ ਦੀ ਹੈ। ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਉਣ ਵਾਸਤੇ ਚੱਲਿਆ। ਨਭ ਦਿਸ਼ ਬਾਨ ਪ੍ਰਹਾਰ ਨੇ ਉਲਟੋ ਤਿਸ ਕਹਿ। ਆਕਾਸ਼ ਵੱਲ ਤੀਰ ਨੂੰ ਕੋਈ ਚਲਾਵੇ ਨਾ,
ਤੇ ਆਕਾਸ਼ ਵਿੱਚ ਚਲਾਇਆ ਹੋਇਆ ਤੀਰ ਉਲਟਾ ਮੁੜ ਕੇ ਉਹਦੇ ਹੀ ਆ ਕੇ ਵੱਜਦਾ ਜਿਹਨੇ ਚਲਾਇਆ ਹੈ। ਅਲਪ ਸੈਨ ਜੈ ਸਾਥ ਹੈ ਹਰ ਖੰਤ ਪਿਆਨਾ। ਥੋੜੀ ਜੀ ਫੌਜ ਸੀ ਇਹਦੇ ਨਾਲ, ਜ਼ਿਆਦਾ ਫੌਜ ਨਹੀਂ ਸੀ, ਪਰ ਇਹਦੇ ਮਨ 'ਚ ਹੰਕਾਰ ਬੜਾ ਵੀ ਮੇਰੇ ਨਾਲ ਫੌਜ ਵੀ ਚੱਲੀ ਹੈ। ਬੜੇ ਮਾਣ ਤੇ ਹੰਕਾਰ ਵਿੱਚ ਚੱਲਿਆ। ਜੋ ਚਾਚੇ ਤੇ ਬਚ ਰਿਓ ਮੈਂ ਕਰਹੂੰ ਹਾਨਾ। ਕਹਿੰਦਾ ਮੇਰੇ ਚਾਚੇ ਤੋਂ ਜਿਹੜਾ ਬਚ ਗਿਆ ਉਹਨੂੰ ਹੁਣ ਮੈਂ ਜਾ ਕੇ ਮਾਰਾਂਗਾ। ਮੇਰਾ ਚਾਚਾ ਜਿਹਨੂੰ ਨਹੀਂ ਮਾਰ ਸਕਿਆ ਉਹਨੂੰ ਮੈਂ ਮਾਰਾਂਗਾ। ਕਹੋ ਕੁਟੰਬ ਮਝਾਰ ਮੈਂ ਪੈ ਹੋ ਵਡਿਆਈ। ਮੈਂ ਆਪਣੇ ਕੁਟੰਬ ਦੇ ਵਿੱਚ ਪਰਿਵਾਰ ਵਿੱਚ ਫਿਰ ਵਡਿਆਈ ਪ੍ਰਾਪਤ ਕਰਾਂਗਾ, ਮੇਰੀ ਸੋਭਾ ਵਡਿਆਈ ਹੋਵੇਗੀ। ਆਨ ਅਚਾਨਕ ਵਿਦ ਬਣੀ ਇਮ ਚਿਤਵਤ ਜਾਈ। ਕਹਿੰਦਾ ਇਹ ਤਾਂ ਬੜੀ ਵਧੀਆ ਵਿਧੀ ਆਪੇ ਹੀ ਆਣ ਬਣੀ, ਅਚਾਨਕ ਹੀ ਰਾਹ ਜਾਂਦੇ ਹੀ ਇਹ ਵਿਧੀ ਆਣ ਬਣੀ ਹੈ। ਜਹਾਂਗੀਰ ਚੰਦੂ ਚਮੂ ਲਾਪੁਰੀ ਪਿਆਨੇ। ਇਦਾਂ ਸੋਚਦਾ ਇਹ ਜਾ ਰਿਹਾ ਸੁਲਭੀ ਖਾਂ। ਉਧਰ ਚੰਦੂ ਤੇ ਜਹਾਂਗੀਰ ਬਾਦਸ਼ਾਹ ਲਾਹੌਰ ਨੂੰ ਚਲੇ ਗਏ। ਤੋਪ ਰੈਕਲੇ ਸੰਗ ਮੈਂ ਛੁੱਟ ਸ਼ਬਦ ਮਾਨੇ। ਤੋਪਾਂ ਛੁੱਟਦੀਆਂ ਜਾ ਰਹੀਆਂ, ਰੈਕਲੇ ਛੁੱਟਦੇ ਜਾ ਰਹੇ ਨੇ, ਜਿਨ੍ਹਾਂ ਦੀ ਆਵਾਜ਼ ਨਾਲ ਆਕਾਸ਼ ਗੂੰਜਦਾ ਹੈ। ਚੰਦੂ ਹਿਰਦੇ ਵਿਚਾਰ ਤੋ ਜਾਵਤ ਕੁਰ ਕਾਵੇ। ਚੰਦੂ ਰਸਤੇ 'ਚ ਬੜਾ ਖੁਸ਼ੀ ਨਾਲ ਜਾ ਰਿਹਾ ਹੈ। ਬਸ ਸੁਲਭੀ ਖਾਂ ਨੇ ਜਾਂਦੇ ਹੀ ਗੁਰੂ ਜੀ ਨੂੰ ਮਾਰ ਮੁਕਾਉਣਾ, ਉਹਨੇ ਜਾਂਦੇ ਹੀ ਮੇਰਾ ਕੰਮ ਬਣਾ ਦੇਣਾ। ਏਦਾਂ ਚੰਦੂ ਮਨ ਹੀ ਮਨ ਖੁਸ਼ੀ ਨਾਲ ਜਾ ਰਿਹਾ ਹੈ। ਨਾਤਾ ਦਿਓ ਹਟਾਏ ਜਿਨ ਸੋ ਅਬ ਫਲ ਪਾਵੇ। ਜਿਨ੍ਹਾਂ ਨੇ ਮੇਰੀ ਧੀ ਦਾ ਨਾਤਾ ਮੋੜਿਆ ਹੈ ਉਹਦਾ ਫਲ ਹੁਣ ਗੁਰੂ ਜੀ ਨੂੰ ਮਿਲੇਗਾ, ਉਹਨਾਂ ਨੂੰ ਪ੍ਰਾਪਤ ਹੋਵੇਗਾ। ਇਤ ਸੁਲਭੀ ਗਮਨਿਓ ਗਇਓ ਜਬ ਦਵਾਦਸ਼ ਕੋਸਾ। ਇਧਰ ਸੁਲਭੀ ਖਾਂ ਜਦੋਂ ਚੱਲਿਆ, ਚਲਦਾ ਚਲਦਾ ਜਦੋਂ 12 ਕੋਹ ਦਾ ਪੈਂਡਾ ਰਹਿ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਜਥੇਦਾਰ ਸੈਯਦ ਮਿਲਿਓ ਜਿਸ ਕੇ ਮਨ ਰੋਸਾ। ਸ਼ਹੀਦਾਂ ਦਾ ਇੱਕ ਜਥੇਦਾਰ ਸੀ, ਉਹਦੇ ਮਨ 'ਚ ਬੜਾ ਡਾਢਾ ਰੋਸ ਸੀ। ਉਹਨੂੰ ਕਿਤੇ ਪਤਾ ਲੱਗਾ ਵੀ ਸੁਲਭੀ ਖਾਂ ਇੱਧਰ ਜਾ ਰਿਹਾ। ਉਹ ਸ਼ਹੀਦਾਂ ਦਾ ਜਥੇਦਾਰ ਸੀ, ਉਹ ਆ ਕੇ ਸੁਲਭੀ ਖਾਂ ਨੂੰ ਮਿਲਿਆ। ਮਿਲੇ ਸਲਾਮ ਲੇਖ ਸੋ ਬੂਝਿਓ ਕਿਤ ਜਾਵੋ। ਆ ਕੇ ਸੁਲਭੀ ਖਾਂ ਨੂੰ ਉਹ ਮਿਲਿਆ ਜਿਹੜਾ ਸ਼ਹੀਦਾਂ ਦਾ ਜਥੇਦਾਰ ਸੀ। ਉਹਨੇ ਆਖਿਆ ਜੀ ਸਲਾਮ ਵਾਲੇਕੁਮ। ਇਹ ਕਹਿੰਦਾ ਜੀ ਵਾਲੇਕੁਮ ਸਲਾਮ। ਦੋਵੇਂ ਆਪਸ ਵਿੱਚ ਬਹਿ ਗਏ ਤੇ ਉਹਨੇ ਸੈਯਦ ਨੇ ਪੁੱਛਿਆ ਇਹਨੂੰ ਸੁਲਭੀ ਖਾਂ ਨੂੰ, ਕਹਿੰਦਾ ਹਾਂ ਬਈ ਸੁਲਭੀ ਖਾਂ ਕਿੱਧਰ ਜਾ ਰਹੇ ਹੈ? ਪਠਿਓ ਸ਼ਾਹ ਕਿਸ ਕਾਮ ਮੁਝ ਪੁਨ ਲਵ ਪੁਰੇ ਆਵੋ। ਇਹਨੇ ਦੱਸਿਆ, ਕਹਿੰਦਾ ਸੈਯਦ ਸਾਹਿਬ ਮੈਂ ਜਾ ਰਿਹਾ ਬਾਦਸ਼ਾਹ ਦੇ ਕਿਸੇ ਕੰਮ, ਬਾਦਸ਼ਾਹ ਨੇ ਮੈਨੂੰ ਭੇਜਿਆ। ਇਹ ਨਹੀਂ ਦੱਸਿਆ ਵੀ ਗੁਰੂ ਜੀ ਕੋਲ ਜਾ ਰਿਹਾ, ਬਾਦਸ਼ਾਹ ਨੇ ਕਿਸੇ ਕੰਮ ਭੇਜਿਆ, ਮੈਂ ਜਾ ਰਿਹਾ, ਉਹ ਕੰਮ ਕਰਕੇ ਫਿਰ ਮੈਂ ਲਾਹੌਰ ਜਾਵਾਂਗਾ। ਸੁਨ ਸੈਯਦ ਨੇ ਤਬ ਕਿਓ ਹਮ ਤੁਝ ਟਿਕ ਆਏ। ਸੈਯਦ ਦੇ ਨਾਲ ਉਹਦੇ ਬੰਦੇ ਵੀ ਸੀ। ਉਹ ਕਹਿਣ ਲੱਗਾ ਵੀ ਮੈਂ ਤੇਰੇ ਕੋਲ ਹੀ ਆਇਆ ਉਚੇਚੇ ਤੌਰ ਤੇ, ਮੈਨੂੰ ਪਤਾ ਲੱਗਾ ਵੀ ਤੂੰ ਇੱਥੇ ਹੈ ਤੇ ਮੈਂ ਉਚੇਚੇ ਤੌਰ ਤੇ ਤੈਨੂੰ ਹੀ ਮਿਲਣ ਆਇਆ ਹਾਂ। ਸੁਲਈ ਕੇ ਚਾਕਰ ਹੁਤੇ ਇਹ ਪਟ ਸਮੁਦਾਏ। ਮੇਰੇ ਨਾਲ 100-150 ਬੰਦਾ ਜਿਹੜਾ ਖੜਾ ਹੈ, ਇਹ ਸਾਰੇ ਮੇਰੇ ਅਧੀਨ ਨੇ, ਮੈਂ ਇਹਨਾਂ ਦਾ ਜਥੇਦਾਰ ਹਾਂ। ਇਹ ਸਾਰੇ ਮੇਰੇ ਸਮੇਤ ਸੁਲੀ ਖਾਂ ਦੇ ਕੋਲ ਨੌਕਰੀ ਕਰਦੇ ਸੀ, ਤੇਰੇ ਚਾਚੇ ਕੋਲ। ਇਹ ਸਾਰੇ ਸੁਲੀ ਖਾਂ ਕੋਲ ਨੌਕਰੀ ਕਰਦੇ ਸਨ। ਇੱਕ ਬਰਖ ਕੀ ਚਾਕਰੀ ਇਨ ਹੱਥ ਨ ਆਈ। ਇਹਨਾਂ ਦੀ 1 ਸਾਲ ਦੀ ਜਿਹੜੀ ਤਨਖਾਹ ਹੈ ਉਹ ਪੈਂਡਿੰਗ ਹੈ ਸੁਲੀ ਖਾਂ ਕੋਲ। ਤੇਰੇ ਚਾਚੇ ਨੇ ਇਹਨਾਂ ਨੂੰ ਤਨਖਾਹ ਨਹੀਂ ਦਿੱਤੀ 1 ਸਾਲ ਦੀ, ਉਹ ਸਾਰੀ ਤਨਖਾਹ ਇਹਨਾਂ ਨੂੰ ਦੇਣੀ ਬਣਦੀ ਹੈ, ਉਹਨੇ ਦਿੱਤੀ ਨਹੀਂ ਹਾਲੇ ਤਾਈਂ। ਉਹ ਮਰ ਚੁੱਕਾ ਹੈ, ਉਹਦੀ ਮੌਤ ਹੋ ਗਈ ਹੈ ਤੇ ਇਹਨਾਂ ਦੀ ਤਨਖਾਹ ਜਿਹੜੀ 1 ਸਾਲ ਦੀ ਉਹ ਰਹਿੰਦੀ ਹੈ। ਸੋ ਤੁਝ ਤੇ ਸਭ ਚੈਤ ਹੈ ਦੇਵ ਰਾਖ ਬੜਾਈ। ਹੁਣ ਉਹ ਜਿਹੜਾ ਪੈਸਾ ਇਹਨਾਂ ਸਾਰਿਆਂ ਦੀ ਤਨਖਾਹ ਦਾ ਹੈ, ਉਹ ਹੁਣ ਤੈਨੂੰ ਦੇਣਾ ਪੈਣਾ, ਕਿਉਂਕਿ ਉਹ ਤੇਰਾ ਚਾਚਾ ਸੀ। ਤੈਨੂੰ ਆਪਣੇ ਚਾਚੇ ਦੀ ਵਡਿਆਈ ਰੱਖਣੀ ਚਾਹੀਦੀ ਹੈ ਵੀ ਜੇ ਉਹਦਾ ਕਰਜ਼ ਹੈ ਤੇ ਤੈਨੂੰ ਲਾਣਾ ਚਾਹੀਦਾ। ਤੂੰ ਉਹਦਾ ਭਤੀਜਾ ਪੁੱਤਰਾਂ ਦੇ ਬਰਾਬਰ ਹੀ ਹੁੰਦਾ, ਤੇਰਾ ਪਿਓ ਹੀ ਸੀ ਉਹ ਤੇਰਾ।
ਤੇਰੀ ਹੁਣ ਜ਼ਿੰਮੇਵਾਰੀ ਬਣਦੀ ਹੈ ਵੀ ਇਹਨਾਂ ਸਾਰਿਆਂ ਦੀ ਜਿਹੜੀ ਤਨਖਾਹ 1 ਸਾਲ ਦੀ ਰਹਿੰਦੀ ਹੈ ਉਹ ਤੂੰ ਹੁਣ ਇਹਨਾਂ ਨੂੰ ਦੇਣਾ ਕਰ। ਬਿਨਾ ਦੀਏ ਸੋ ਮਰ ਗਇਓ ਤੂੰ ਪੁੱਤਰ ਸਮਾਨਾ। ਤੇਰਾ ਚਾਚਾ ਸੁਲੀ ਖਾਂ ਤਾਂ ਇਹਨਾਂ ਨੂੰ ਪੈਸੇ ਦਿੱਤੇ ਬਿਨਾ ਮਰ ਗਿਆ, ਹੁਣ ਤੂੰ ਉਹਦਾ ਪੁੱਤਰ ਬਰਾਬਰ ਹੈ। ਇਨ ਸੋ ਪਟਨ ਕੋ ਦੀਜੀਏ ਚਿਤ ਚੈਤ ਮਾਨਾ। ਹੁਣ ਇਹਨਾਂ ਸੁਪੱਟਾਂ ਦੀ ਜਿਹੜੀ ਤਨਖਾਹ ਹੈ ਉਹ ਇਹਨਾਂ ਨੂੰ ਦੇਣਾ ਕਰ, ਤਾਂ ਹੀ ਤੇਰੀ ਇਹਦੇ ਵਿੱਚ ਸੋਭਾ ਹੋਵੇਗੀ। ਸੁਨ ਸੁਲਭੀ ਬੋਲਿਓ ਤਬੇ ਮੈਂ ਜਾਣਤ ਨਾਈ। ਇਹ ਸੁਣ ਕੇ ਸੁਲਭੀ ਖਾਂ ਬੋਲਿਆ, ਕਹਿੰਦਾ ਜੀ ਮੈਂ ਨਹੀਂ ਜਾਣਦਾ ਵੀ ਤੁਸੀਂ ਕੌਣ ਹੋ, ਮੈਨੂੰ ਨਹੀਂ ਪਤਾ ਤੁਹਾਡੇ ਬਾਰੇ ਤੁਸੀਂ ਕੌਣ ਹੋ। ਤਬ ਕੀ ਦੇਨੀ ਕਹਿ ਨਹੀਂ ਕੇ ਤਤ ਤਿਸ ਪਾਈ। ਤੁਸੀਂ ਮੇਰੇ ਚਾਚੇ ਕੋਲੋਂ ਤਨਖਾਹ ਕਦੋਂ ਦੀ ਲੈਣੀ ਹੈ, ਕਿੰਨੇ ਚਿਰ ਦੀ ਲੈਣੀ, ਮੈਨੂੰ ਕੀ ਪਤਾ ਕਿ ਸਾਲ ਦੀ ਹੈ ਕਿ ਮਹੀਨੇ ਦੀ ਹੈ ਕਿ 6 ਮਹੀਨੇ ਦੀ ਹੈ। ਜਿੱਧਰ ਮੇਰਾ ਚਾਚਾ ਗਿਆ ਉਧਰ ਤੁਹਾਡੀ ਤਨਖਾਹ ਗਈ, ਉਹਦੇ ਪਿੱਛੇ ਜਾ ਕੇ ਲੈ ਲਓ ਜੇ ਲੈਣੀ ਹੈ ਤਾਂ। ਮੈਂ ਕਿੱਥੋਂ ਦਿਆਂ? ਹੁਣ ਇਹਨੂੰ ਕੋਈ ਪੁੱਛਣ ਵਾਲਾ ਪੁੱਛੇ ਵੀ ਜੇ ਤੇਰੇ ਚਾਚੇ ਦਾ ਵੈਰ ਤੂੰ ਕਹਿਣਾ ਮੈਂ ਜਾ ਕੇ ਗੁਰੂ ਜੀ ਕੋਲੋਂ ਲੈਣਾ ਹੈ ਤੇ ਤਨਖਾਹ ਵੀ ਤਾਂ ਫਿਰ ਤੈਨੂੰ ਹੀ ਦੇਣੀ ਬਣਦੀ ਹੈ ਨਾ, ਫਿਰ ਉਹਦੀ ਜ਼ਿੰਮੇਵਾਰੀ ਸਾਰੀ ਲੈ ਵੀ ਉਹ ਕਹਿਣਾ ਜਿਹੜਾ ਕੰਮ ਉਹਦਾ ਅਧੂਰਾ ਹੈ ਉਹ ਮੈਂ ਪੂਰਾ ਕਰਨਾ, ਤੇ ਇਹ ਵੀ ਤਾਂ ਉਹਦਾ ਹੀ ਕੰਮ ਹੈ। ਪਰ ਹੁਣ ਪੈਸੇ ਦੇਣ ਦੀ ਗੱਲ ਸੀ ਨਾ, ਕਹਿੰਦਾ ਜਿੱਧਰ ਮੇਰਾ ਚਾਚਾ ਗਿਆ ਉਹਦੇ ਕੋਲੋਂ ਜਾ ਕੇ ਲੈ ਲਓ, ਹੁਣ ਮੈਂ ਕਿੱਥੋਂ ਦਿਆਂ, ਮੈਂ ਨਹੀਂ ਜਾਣਦਾ ਤੁਹਾਨੂੰ ਤੁਸੀਂ ਕੌਣ ਹੋ। ਜਬ ਲਵਪੁਰ ਕੋ ਆਏ ਹੋ ਨਿਰਨੇ ਕਰ ਲੈ। ਜਦੋਂ ਕਹਿੰਦਾ ਚਲੋ ਜੇ ਬਹੁਤੀ ਗੱਲ ਹੈ ਤੇ ਹਾਲੇ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ, ਮੈਂ ਲਾਹੌਰ ਜਾਵਾਂ ਕੰਮ ਕਰਕੇ ਜਿਹੜਾ ਕਰਨ ਚੱਲਿਆ, ਤੇ ਉੱਥੇ ਜਾ ਕੇ ਫਿਰ ਮੈਂ ਪੂਰਾ ਨਿਰਣੇ ਕਰਾਂਗਾ ਵੀ ਵਾਕਈ ਤੁਹਾਡੀ ਤਨਖਾਹ ਲੈਣ ਵਾਲੀ ਹੈ ਕਿ ਨਹੀਂ। ਮਿਲ ਚੰਦੂ ਕੇ ਸੰਗ ਹਮ ਨਿਤ ਸੇ ਸੋ ਦੇ। ਜਿਹੜੀ ਤਨਖਾਹ ਤੁਹਾਡੀ ਬਣੇਗੀ ਮੈਂ ਚੰਦੂ ਨੂੰ ਮਿਲਾਂਗਾ, ਚੰਦੂ ਦੀਵਾਨ ਹੈ ਬਾਦਸ਼ਾਹ ਦਾ, ਉਹਦੇ ਕੋਲੋਂ ਜਿਹੜੇ ਤੁਹਾਡੀ ਬਣਦੀ ਹੋਈ ਤਨਖਾਹ ਹੈ ਉਹ ਮੈਂ ਲੈ ਕੇ ਦੇਵਾਂਗਾ। ਸੈयद ਕੈ ਕਿਮ ਏ ਟਿਕੈ ਚੈ ਖਾਨਾਰ ਪਾਨਾ। ਉਹ ਸੈयद ਕਹਿੰਦਾ ਵੀ ਤੂੰ ਕਦੋਂ ਲਾਹੌਰ ਗਿਆ, ਕਦੋਂ ਉੱਥੋਂ ਤਨਖਾਹ ਲੈ ਕੇ ਦਿੱਤੀ, ਉਦੋਂ ਤੱਕ ਇਹ ਵਿਚਾਰੇ ਕਿੱਥੋਂ ਖਾਣ, ਇਹਨਾਂ ਦੇ ਘਰ ਦਾ ਔਖਾ ਹੋਇਆ ਪਿਆ, ਰੋਜ਼ਗਾਰ ਨਹੀਂ ਚੱਲ ਰਿਹਾ, ਰੋਟੀ ਤੋਂ ਵੀ ਔਖੇ ਨੇ, ਇਹ ਉਦੋਂ ਤੱਕ ਕਿੱਥੋਂ ਖਾਣਗੇ। ਚੱਲ ਥੋੜਾ ਬਹੁਤਾ ਤਾਂ ਇਹਨਾਂ ਨੂੰ ਦੇ, ਬਾਕੀ ਬਾਅਦ ਜੇ ਹਿਸਾਬ ਕਿਤਾਬ ਕਰ ਲਈ। ਹੋਣੇ ਕਿੱਥੇ ਜਾਣ, ਹੋਣੇ ਕਿੱਥੋਂ ਖਾਣਗੇ। ਕਹੇ ਨਾ ਲਾਗੇ ਕਿਸੂ ਕੇ ਲੈ ਹੈ ਇਸ ਥਾਨਾ। ਇਹ ਨਹੀਂ ਹੁਣ ਕਿਸੇ ਦੇ ਆਖੇ ਲੱਗਦੇ, ਤਾਂ ਹੁਣ ਇੱਥੋਂ ਹੀ ਪੈਦਾ ਕਰਾਣਗੇ ਤੇਰੇ ਕੋਲੋਂ ਪੈਸੇ, ਇੱਥੇ ਹੀ ਹੁਣ ਤੈਨੂੰ ਦੇਣੇ ਪੈਣੇ ਨੇ। ਸੁਲਭੀ ਆਂਖ ਦਿਖਾਏ ਰਿਸ ਮੈਂ ਗਮਨਤ ਰਾਉ। ਸੁਣ ਕੇ ਸੁਲਭੀ ਖਾਂ ਨੇ ਅੱਖਾਂ ਵਿਖਾਈਆਂ ਉਹਨਾਂ ਨੂੰ, ਅੱਖਾਂ ਵਿਖਾ ਕੇ ਕਹਿੰਦਾ ਠਹਿਰ ਜੋ, ਮੈਂ ਕਿੱਥੋਂ ਦਿਆਂ, ਮੈਂ ਤਾਂ ਰਸਤੇ 'ਚ ਟੁਰਿਆ ਜਾਣਾ, ਹੁਣ ਇੱਥੇ ਕੋਈ ਮੈਂ ਪੈਸੇ ਲੈ ਕੇ ਜਾ ਰਿਹਾ ਨਾਲ, ਮੈਂ ਕਿੱਥੋਂ ਦੇ ਦਿਆਂ। ਜਾਓ ਪੁਕਾਰੂ ਸ਼ਾ ਟਿਗ ਨੈ ਤਨ ਮਮ ਪਾਉ। ਕਹਿੰਦਾ ਜਾਓ ਜਾਓ ਇੱਥੋਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰੋ, ਮੇਰੇ ਕੋਲ ਨਹੀਂ ਕੋਈ ਪੈਸਾ, ਨਾ ਮੈਂ ਦੇਣਾ ਨਾ ਮੈਂ ਤੁਹਾਨੂੰ ਜਾਣਦਾ, ਜਾ ਕੇ ਬਾਦਸ਼ਾਹ ਨੂੰ ਮਿਲੋ ਤੇ ਬਾਦਸ਼ਾਹ ਕੋਲ ਪੁਕਾਰ ਕਰੋ। ਸੁਨ ਸੈयद ਬੋਲਿਓ ਤਬੇ ਮਗ ਦੇਹ ਨ ਜਾਣਾ। ਉਹ ਅੱਗੋਂ ਸੈयद ਬੋਲਿਆ, ਕਹਿੰਦਾ ਫੇਰ ਏਦਾਂ ਥੋੜੀ ਚਲਾ ਜਾਏਗਾ ਤੂੰ, ਨਾਲੇ ਸਾਡੇ ਪੈਸੇ ਦੇਣੇ ਨਾਲੇ ਸਾਨੂੰ ਅੱਖਾਂ ਵਿਖਾਉਣਾ, ਏਦਾਂ ਨਹੀਂ ਫਿਰ ਤੈਨੂੰ ਜਾਣ ਦਿੰਦੇ, ਫਿਰ ਜਿੱਧਰ ਤੇਰਾ ਚਾਚਾ ਉਧਰ ਹੀ ਭੇਜਾਂਗਾ ਤੈਨੂੰ, ਵੀ ਉਹਦੇ ਕੋਲੋਂ ਹੀ ਫਿਰ ਲੈ ਕੇ ਆਈ ਤੇ ਫਿਰ ਸਾਨੂੰ ਦੇਈ, ਏਦਾਂ ਨਹੀਂ ਤੈਨੂੰ ਹੁਣ ਜਾਣ ਦਿੰਦੇ ਜੇ ਤੂੰ ਆਖੇ। ਹਾਂਜੀ ਲੇਹ ਨੌਕਰੀ ਥਾਨ ਇਸ ਕਿਮ ਕਰੇ ਪਿਆਨਾ। ਹੁਣ ਤੂੰ ਕਿਵੇਂ ਜਾ ਕੇ ਵਿਖਾ, ਜਾਨਾ ਕਿਵੇਂ ਆ ਤੂੰ, ਇੱਥੋਂ ਕਿੱਧਰੋਂ ਜਾਏਗਾ, ਲੰਘ ਕੇ ਖੜੇ ਆ ਤੇਰੇ ਸਾਹਮਣੇ, ਅਸੀਂ ਸ਼ਸਤਰਧਾਰੀ ਸੀ ਉਹ ਵੀ ਸੂਰਮੇ ਸੀ, ਕਹਿੰਦਾ ਹੁਣ ਜਾਵੇਂਗਾ ਕਿਵੇਂ ਤੂੰ, ਏਦਾਂ ਨਹੀਂ ਹੁਣ ਤੈਨੂੰ ਜਾਣ ਦੇਣਾ, ਜੋ ਮਰਜ਼ੀ ਕਰ ਲੈ। ਸੁਲਭੀ ਕੈ ਨਿਜ ਸੈਨ ਕੋ ਇਨ ਮਾਰ ਹਟਾਓ। ਸੁਲਭੀ ਨੇ ਆਪਣੀ ਫੌਜ ਜਿਹੜੀ ਇਹਦੇ ਨਾਲ ਸੀ, ਕਹਿੰਦਾ ਉਹ ਸੂਰਮਿਓ ਫੜੋ ਇਹਨਾਂ ਵੱਡੇ ਸਜਦਾਂ ਨੂੰ, ਇਹਨਾਂ ਨੂੰ ਮਾਰ ਕੇ ਹਟਾਓ ਪਾਸੇ। ਦਿਓ ਦਰਬ ਐਸੇ ਅਬੇ ਬੈਠੇ ਪਛਤਾਓ। ਦਿਓ ਇਹਨਾਂ ਨੂੰ ਪੈਸਾ ਹੁਣੇ, ਇੱਥੇ ਜਿਹੜੇ ਲੈਣ ਆਏ ਨੇ ਵੀ ਇੱਥੇ ਬੈਠੇ ਪਛਤਾਵਾ ਕਰੀ ਜਾਣ। ਸੈयद ਕੈ ਪਟ ਸਭ ਸੁਨੋ
ਚਾਕਰ ਸਮਸਾਰੇ। ਸੈਯਦ ਉਹ ਜਿਹੜਾ ਬਾਕੀ ਨੌਕਰ ਸੀ ਨਾ ਉੱਥੇ, ਉਹਨਾਂ ਨੂੰ ਕਹਿਣ ਲੱਗਾ ਸੁਣੋ ਬਈ, ਸਾਨੂੰ ਮਾਰਨ ਤੋਂ ਪਹਿਲਾਂ ਸੁਣ ਲਓ, ਆਪਣਾ ਭਾਈਚਾਰਾ ਹੈ ਇੱਕ, ਤੁਸੀਂ ਵੀ ਨੌਕਰ ਹੋ ਅਸੀਂ ਵੀ ਨੌਕਰ ਹਾਂ, ਇਹ ਨੇ ਸਾਡੇ ਨਵਾਬ ਸਾਨੂੰ ਤਨਖਾਹਾਂ ਦੇਣ ਵਾਲੇ, ਤੁਸੀਂ ਸਾਨੂੰ ਮਾਰੋਗੇ ਅਸੀਂ ਤੁਹਾਨੂੰ ਮਾਰਾਂਗੇ। ਸੁਰਖਰੂ ਉਹ ਜਿਹੜੇ ਸੁਲਭੀ ਦੇ ਨਾਲ ਦੇ ਸਿਪਾਹੀ ਸੀ ਨਾ, ਉਹ ਇਹਨਾਂ ਨੇ ਸੈਯਦ ਨੇ ਆਪਣੇ ਕਾਬੂ ਕਰ ਲਏ ਵੀ ਆਪਾਂ ਨੂੰ ਇੱਕ ਦੂਜੇ ਤੇ ਹੱਥ ਨਹੀਂ ਚੁੱਕਣਾ ਚਾਹੀਦਾ। ਉਹ ਕਹਿੰਦੇ ਠੀਕ ਹੈ ਮਹਾਰਾਜ, ਅਸੀਂ ਇਹਦੀ ਲੜਾਈ ਪਿੱਛੇ ਤੁਹਾਨੂੰ ਕਿਉਂ ਲੜ ਕੇ ਮਾਰੀਏ, ਤੁਸੀਂ ਸਾਡੇ ਹੀ ਭਾਈਚਾਰੇ ਦੇ ਹੋ, ਕਿਉਂਕਿ ਰਲ ਗਏ ਨਾ ਮੁਲਾਜ਼ਮ ਜੋ ਸਨ ਇੱਕੋ ਜੇ। ਉਹ ਕਹਿੰਦੇ ਆਪਾਂ ਨਹੀਂ ਲੜਨਾ ਆਪਸ ਵਿੱਚ, ਇਹ ਜੇ ਕਹੇ ਇਹਦੇ ਕਹਿਣ ਤੇ ਆਪਾਂ ਨਹੀਂ ਲੜਾਈ ਕਰਨੀ, ਆਪਾਂ ਕਿਉਂ ਮਾਰੀਏ ਇੱਕ ਦੂਜੇ ਨੂੰ। ਤੁਮ ਪੀ ਲੈਤੇ ਦਰਬ ਕੋ ਤਿਮ ਲਖੋ ਹਮਾਰੇ। ਕਹਿੰਦੇ ਅੱਜ ਇਹ ਸਾਡੇ ਪੈਸੇ ਨਹੀਂ ਦੇ ਰਿਹਾ, ਕੱਲ ਨੂੰ ਤੁਹਾਡੇ ਨਹੀਂ ਦੇਣੇ, ਫਿਰ ਮੁੜ ਕੇ ਤੁਹਾਨੂੰ ਮਰਾਉਣ ਲਈ ਹੋਰ ਬੰਦੇ ਰੱਖੇਗਾ। ਜੇ ਅੱਜ ਸਾਨੂੰ ਨਹੀਂ ਦਿੰਦਾ ਤੇ ਕੱਲ ਤੁਸੀਂ ਵੀ ਸਾਡੀ ਲਾਈਨ 'ਚ ਹੀ ਖਲੋਣਾ, ਫਿਰ ਤੁਹਾਡੇ ਨਾਲ ਵੀ ਇਹੀ ਹਾਲਤ ਹੋਣੀ ਹੈ। ਅਪਰ ਜੰਗ ਕੋ ਕਾਜ ਨੇ ਨਾ ਹਕ ਮਰ ਮਾਰੋ। ਆਪਣਾ ਇੱਥੇ ਜੰਗ ਕਰਨ ਦਾ ਕੋਈ ਲੋੜ ਨਹੀਂ, ਕਿਉਂ ਨਾ ਹੱਕ ਆਪਾਂ ਇੱਕ ਦੂਜੇ ਨੂੰ ਮਾਰੀਏ। ਰਓ ਥਾਨ ਥਿਤ ਆਪਨੇ ਔਰ ਭਲੇ ਵਿਚਾਰੋ। ਆਪੋ ਆਪਣੀ ਜਗ੍ਹਾ ਤੇ ਖਲੋਤੇ ਰਹੋ ਤੇ ਆਪਣਾ ਭਲਾ ਵਿਚਾਰੋ। ਸੁਨ ਜਵਾਬ ਸੈਨਾ ਦਿਓ ਏ ਸੈਯਦ ਪੀਰਾ। ਉਹ ਜਿਹੜੀ ਸੈਨਾ ਸੀ ਸਾਰੀ ਸੈਯਦ, ਉਹ ਸੈਯਦ ਵੀ ਵੱਡਾ ਸੀ, ਮੁਖੀਆ ਸੀ, ਜਿਹੜੇ ਨਾਲੇ ਮੁਸਲਮਾਨਾਂ 'ਚ ਸੈਯਦ ਹੁੰਦੇ ਨੇ ਉਹਨਾਂ ਦਾ ਇਹ ਬੜਾ ਸਤਿਕਾਰ ਕਰਦੇ ਨੇ, ਜਿਵੇਂ ਹਿੰਦੂਆਂ 'ਚ ਬ੍ਰਾਹਮਣ ਦਾ ਸਤਿਕਾਰ ਹੁੰਦਾ। ਇਹ ਸੈਯਦ ਜਿਹੜੇ ਨੇ ਇਹ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦੀ ਅੰਸ਼ ਮੰਨੇ ਜਾਂਦੇ ਨੇ, ਇਸ ਕਰਕੇ ਕਹਿੰਦੇ ਜੀ ਪੀਰ ਸਾਹਿਬ ਕਹਿ ਰਹੇ ਨੇ ਆਪਾਂ ਨਹੀਂ ਲੜਾਈ ਕਰਨੀ। ਪੁਨ ਜਾਚਤ ਐ ਨੌਕਰੀ ਜੀ ਜੇ ਧਰ ਧੀਰਾ। ਕਹਿੰਦੇ ਪਿੱਛੇ ਹੋ ਕੇ ਖਲੋ ਜਾਓ, ਆਪਾਂ ਇਹ ਲੜਨਗੇ ਆਪਸ 'ਚ, ਸੈਯਦ ਸਾਹਿਬ ਤੇ ਸੁਲੀ ਖਾਂ ਸੁਲਭੀ ਖਾਂ ਇਹ ਦੋਵੇਂ ਕਰਨ ਫੈਸਲਾ ਆਪਸ ਵਿੱਚ, ਆਪਾਂ ਨਹੀਂ ਲੜਾਈ 'ਚ ਪੈਣਾ, ਨਾ ਹੀ ਲੜਾਈ ਕਰਨੀ ਹੈ। ਲਰੇ ਨਾਮ ਸੁਲਭੀ ਸੁਨਤ ਮੁਖ ਗਾਰ ਨਿਕਾਰੀ। ਸੁਲਭੀ ਖਾਂ ਨੇ ਜਦੋਂ ਵੇਖਿਆ ਵੀ ਮੇਰੇ ਸਿਪਾਹੀ ਮੇਰੇ ਤੋਂ ਬਾਗੀ ਹੋ ਗਏ, ਲੜਦੇ ਨਹੀਂ ਮੇਰੇ ਕਹਿਣ ਤੇ, ਉਹਨੇ ਗਾਲ ਕੱਢੀ ਉਸ ਵੇਲੇ, ਜਿਹੜੀ ਨਾ ਕਹਿਣ ਵਾਲੀ ਗਾਲ ਸੀ ਉਹ ਕੱਢੀ। ਤਬ ਸੈਯਦ ਨੇ ਤੁਰਤ ਹੀ ਜਮ ਧਰ ਉਰ ਮਾਰੀ। ਕੱਢੀ ਵੀ ਉਹਨੂੰ ਸੈਯਦ ਨੂੰ ਸਾਹਮਣੇ ਬੈਠੇ ਨੂੰ। ਹੁਣ ਸੈਯਦ ਨੇ ਜਦੋਂ ਸੁਣੇ ਕਹਿੰਦਾ ਠਹਿਰ ਜਾ, ਇਹਦਾ ਜਵਾਬ ਤਾਂ ਹੁਣ ਮੈਂ ਤੈਨੂੰ ਦੇਣਾ। ਉਹਦੇ ਕੋਲ ਕਟਾਰ ਸੀ ਪਾਈ ਹੋਈ ਗਾਤਰੇ, ਉਹਨੇ ਕੱਢੀ ਨਾਲ ਹੀ ਸੁਲਭੀ ਖਾਂ ਦੇ ਮਾਰੀ ਢਿੱਡ 'ਚ ਕੱਢ ਕੇ ਆਂਦਰਾਂ ਇਹਦੀਆਂ ਬਾਹਰ ਸੁੱਟ ਦਿੱਤੀਆਂ। ਕਹਿੰਦਾ ਜਾ ਉਹ ਤੇਰਾ ਚਾਚਾ ਸਾਹਮਣੇ ਖੜਿਆ ਉਡੀਕਦਾ ਹੈ, ਜਾ ਉਹਦੇ ਨਾਲ ਜਿਹੜੇ ਰਸਤੇ ਹੋ ਗਿਆ ਤੇ ਤੂੰ ਵੀ ਜਾ। ਉਹ ਸੁਲਭੀ ਜਿਹੜਾ ਗੁਰੂ ਘਰ ਤੇ ਚੜ ਕੇ ਆਇਆ ਸੀ, ਰਸਤੇ ਵਿੱਚ ਹੀ ਰਹਿ ਗਿਆ, ਸਾਹਿਬ ਦੇ ਘਰ ਤੱਕ ਨਹੀਂ ਜਾ ਸਕਿਆ। ਮੇਰੇ ਸਤਿਗੁਰਾਂ ਦਾ ਪ੍ਰਤਾਪ ਹੈ, ਇਹ ਗੁਰੂ ਸਾਹਿਬ ਦਾ ਪ੍ਰਤਾਪ ਹੈ। ਪਹਿਲਾਂ ਸੁਲੀ ਖਾਂ ਨਹੀਂ ਪਹੁੰਚਿਆ, ਹੁਣ ਸੁਲਭੀ ਖਾਂ ਨਹੀਂ ਜਾ ਸਕਿਆ। ਇਹ ਸਤਿਗੁਰੂ ਜੀ ਦੀ ਲੀਲਾ ਹੈ ਸਾਰੀ। ਤੇ ਜੇ ਆਪ ਹੀ ਸਤਿਗੁਰੂ ਜੀ ਮੁੜ ਕੇ ਗ੍ਰਿਫਤਾਰ ਹੋ ਕੇ ਚੰਦੂ ਦੇ ਵੱਸ ਪੈਂਦੇ ਨੇ ਤੇ ਉਹ ਵੀ ਮੇਰੇ ਸਤਿਗੁਰਾਂ ਦੀ ਲੀਲਾ ਹੈ। ਦੋਵੇਂ ਰੰਗ ਵਿਖਾ ਦਿੱਤੇ ਮਹਾਰਾਜ, ਜੇ ਚਾਹਣ ਤਾਂ ਇੰਜ ਵੀ ਕਰ ਸਕਦੇ ਨੇ, ਜੇ ਚਾਹਣ ਤਾਂ ਇੰਜ ਵੀ ਕਰ ਸਕਦੇ ਨੇ। ਦੋਵੇਂ ਹੱਥ ਗੁਰੂ ਸਾਹਿਬ ਦੇ ਕੰਮ ਸਮਰੱਥ ਨੇ। ਤੋ ਸੁਲਭੀ ਖਾਂ ਦੀਆਂ ਆਂਦਰਾਂ ਕੱਢ ਕੇ ਉਹਨੇ ਬਾਹਰ ਸੁੱਟ ਦਿੱਤੀਆਂ। ਉਧਰ ਪਾਰ ਕੈ ਪਾਰ ਪੀ ਹਾਨੇ ਲੱਖ ਪ੍ਰਾਨਾ। ਇਸ ਮੂਰਖ ਦੇ ਪ੍ਰਾਣ ਉਸ ਵੇਲੇ ਖਤਮ ਹੋ ਗਏ। ਗਿਰਿਓ ਉਥਲ ਕੈ ਪ੍ਰਿਥੀ ਪਰ ਚਿਤ ਦੁਸ਼ਟ ਮਾਨਾ। ਇਹ ਦੁਸ਼ਟ ਮਹਾਨ ਸੁਲਭੀ ਖਾਂ ਜ਼ਮੀਨ ਤੇ ਡਿੱਗ ਪਿਆ। ਲੀਨੋ ਸਭ ਅਸਬਾਬ ਕੋ ਹਯੈ ਭੂਖਨ ਸਾਰੇ। ਕਹਿੰਦਾ ਵੀ ਫੜੋ ਇਹਦੇ ਗਹਿਣੇ ਲਾਓ ਸਾਰੇ, ਆਪਣਾ ਹਿਸਾਬ ਕਿਤਾਬ ਤਾਂ ਪੂਰਾ ਕਰੀਏ, ਜੋ ਆਵੇ ਉਹੀ ਲਾਹੇ ਦਾ। ਇਹਦੇ ਜਿੰਨੇ ਗਹਿਣੇ, ਸੁਲਭੀ ਖਾਂ ਵੀ ਆਖਰਕਾਰ ਅਫਸਰ ਸੀ, ਥੋੜਾ ਬਹੁਤਾ ਪੈਸਾ ਤਾਂ ਹੈ ਹੀ ਸੀ ਇਹਦੇ ਕੋਲ ਲੋਕਾਂ ਦਾ ਮਾਰਿਆ ਹੋਇਆ, ਉਹ ਸਾਰਾ ਇਹਦੇ ਕੋਲ ਖੋਇਆ। ਇਹਦੇ ਘੋੜੇ, ਇਹਦੇ ਹਥਿਆਰ, ਉਹ ਸਾਰੇ ਇਹਨਾਂ ਨੇ ਆਪਣੇ ਕਾਬੂ ਚ ਕਰ ਲਏ। ਜਮੂ ਹਟੀ ਲਵਪੁਰੀ ਕੋ ਮਾਰੇ ਹੋ ਸਰਦਾਰੇ। ਹੁਣ ਸੁਲਭੀ ਖਾਂ ਦੀ ਜਿਹੜੀ ਫੌਜ ਸੀ ਉਹ ਵਾਪਸ ਲਾਹੌਰ ਨੂੰ ਮੁੜ ਗਈ। ਉਤ ਚੰਦੂ ਚਿਤਵਤ ਰਹਿਤ ਹੱਥ ਕਰ ਗੁਰ ਆਵੇ। ਉਧਰ ਚੰਦੂ ਸੋਚਦਾ ਰਹਿੰਦਾ ਵੀ ਬਸ ਆਉਣ ਵਾਲਾ ਸੁਲਭੀ ਖਾਂ, ਬਸ ਮਾਰ ਕੇ ਆਉਂਦਾ ਹੀ ਹੋਣਾ ਗੁਰੂ ਜੀ ਨੂੰ। ਪਲਟਾ ਹੈ ਬੋ ਦਿਓਸ ਕੋ ਤਿਸ ਕੋ
ਅਬ ਪਾਵੇਂ। ਕਹਿੰਦਾ ਬੜੇ ਦਿਨਾਂ ਦਾ ਬਦਲਾ ਹੁਣ ਮੇਰਾ ਲੈਣਾ ਬਣੇਗਾ। ਤਬ ਲੋ ਸੰਗੀ ਆਏ ਕੇ ਸੁਧ ਸਕਲ ਸੁਨਾਈ। ਇੰਨੇ ਨੂੰ ਸੁਲਭੀ ਖਾਂ ਦੇ ਸੰਗੀ ਪਹੁੰਚ ਕੇ ਚੰਦੂ ਕੋਲ ਆ ਕੇ ਉਹਨਾਂ ਨੇ ਖਬਰ ਸੁਣਾਈ। ਸੈਯਦ ਕੇ ਸੰਗ ਜਿਦ ਪਰਿਓ ਮੁਖ ਗਾਰ ਸੁਨਾਈ। ਉਹਨਾਂ ਦੱਸਿਆ ਜੀ ਸੁਲਭੀ ਖਾਂ ਸੈਯਦ ਨਾਲ ਜਿੱਦ ਪਿਆ ਤੇ ਉਹਨੂੰ ਗਾਲ ਕੱਢ ਦਿੱਤੀ। ਸੁਲਈ ਆਗੇ ਨੌਕਰੀ ਕੀਨੀ ਤਨ ਜਾਚੋ। ਉਹ ਆ ਕੇ ਆਪਣਾ ਪੈਸਾ ਮੰਗਦੇ ਸੀ ਕਿਉਂਕਿ ਸੁਲੀ ਖਾਂ ਕੋਲ ਨੌਕਰੀ ਕਰਦੇ ਸਨ। ਝਗਰ ਪਰੇ ਆਪਸ ਵਿਖੇ ਦੋਨੋਂ ਰਿਸ ਰਾਚੇ। ਦੋਵੇਂ ਗੁੱਸੇ ਵਿੱਚ ਆਪਸ ਵਿੱਚ ਝਗੜ ਪਏ। ਜਮਦਰ ਮਾਰੀ ਮਰ ਗਇਓ ਹਮ ਹਟ ਕਰ ਆਏ। ਉਹਨੇ ਦਮਦਾੜ ਮਾਰੀ ਉਸੇ ਵਕਤ ਕਟਾਰ ਮਾਰ ਕੇ ਉਹਨੂੰ ਮਾਰ ਦਿੱਤਾ। ਸੁਨ ਚੰਦੂ ਬਿਸਮਿਓ ਹਿਰਦੇ ਪਲ ਮਾਰਨ ਤਾਏ। ਚੰਦੂ ਤੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਵੀ ਮੈਂ ਤਾਂ ਸੁਪਨੇ ਬੜੇ ਲਾਈ ਬੈਠਾ ਸੀ, ਆਸਾਂ ਬੜੀਆਂ ਲਾਈ ਬੈਠਾ ਸੀ, ਪਾਣੀ ਫਿਰ ਗਿਆ ਸਾਰੀਆਂ ਆਸਾਂ ਤੇ। ਕਹਿੰਦਾ ਚੰਗਾ ਮਾਰਨ ਗਿਆ ਸੀ ਆਪ ਹੀ ਮਰ ਗਿਆ ਰਸਤੇ 'ਚ। ਹਾਂਜੀ। ਕੇਤਕ ਦਿਨ ਮੈਂ ਸ਼ਾਹ ਲਖ ਚੰਦੂ ਸੰਗ ਪੂਜਾ। ਚੰਦੂ ਨੇ ਬਾਦਸ਼ਾਹ ਨੂੰ ਇਹ ਗੱਲ ਦੱਸੀ। ਜਦੋਂ ਵਾਹਵਾ ਦਿਨ ਲੰਘ ਗਏ ਤੇ ਇੱਕ ਦਿਨ ਬਾਦਸ਼ਾਹ ਚੰਦੂ ਨੂੰ ਪੁੱਛਣ ਲੱਗਾ, ਅਬ ਲੋ ਸੁਲਭੀ ਕਿਤਰਿਓ ਕਿਸ ਕਾਜ ਅਰੂਜਾ। ਕਹਿੰਦਾ ਉਹ ਚੰਦੂ ਤੂੰ ਸੁਲਭੀ ਨੂੰ ਭੇਜਿਆ ਸੀ, ਗੁਰੂ ਜੀ ਕੋਲ ਆਇਆ ਨਹੀਂ ਹਾਲੇ ਤਾਈਂ, ਕਿੱਧਰ ਲੰਘ ਗਿਆ ਉਹ? ਹਾਲੇ ਤੱਕ ਉਹ ਕੰਮ ਕਰਕੇ ਨਹੀਂ ਮੁੜਿਆ। 2-3 ਦਿਨ ਮੈਂ ਆਵਨੋ ਚੈਤ ਤਿਸਕੇ। ਉਹਨੂੰ ਤਾਂ 2-3 ਦਿਨਾਂ ਵਿੱਚ ਹੀ ਮੁੜ ਕੇ ਆ ਜਾਣਾ ਚਾਹੀਦਾ ਸੀ। ਕਬੋਂ ਸੁਧ ਆਈ ਕੇ ਨਹੀਂ ਸਾਮੀਪੀ ਤੇਰੇ। ਉਹ ਤੇਰਾ ਸਮੀਪੀ ਸੀ, ਦੱਸ ਕੋਈ ਉਹਦੀ ਖਬਰ ਆਈ ਕਿ ਨਹੀਂ? ਸੁਨ ਚੰਦੂ ਕੈ ਸ਼ਾਹ ਜੀ ਸੈਯਦ ਸੋ ਮਾਰਾ। ਉਹਨੇ ਆਖਿਆ ਚੰਦੂ ਨੇ ਬਾਦਸ਼ਾਹ ਨੂੰ ਤਾਂ ਸੈਯਦ ਨੇ ਮਾਰ ਦਿੱਤਾ ਰਸਤੇ 'ਚ। ਝਗਰ ਪਰੇ ਇਤ ਨੌਕਰੀ ਬੜ ਗਜਬ ਗੁਜ਼ਾਰਾ। ਨੌਕਰੀ ਵਾਸਤੇ ਹੀ ਝਗੜ ਪਿਆ ਤੇ ਬੜਾ ਗਜਬ ਗੁਜ਼ਾਰਿਆ ਹੈ, ਉਹਨੂੰ ਮਾਰ ਦਿੱਤਾ ਰਸਤੇ 'ਚ ਸੈਯਦ ਨੇ। ਜਹਾਂਗੀਰ ਚਿਤਵਿਓ ਤਬੇ ਗੁਰ ਪੀਰ ਮਾਨਾ। ਬਾਦਸ਼ਾਹ ਨੇ ਮਨ 'ਚ ਚਿਤਵਿਆ, ਸੋਚਿਆ ਵੀ ਗੁਰੂ ਸਾਹਿਬ ਮਹਾਨ ਪੀਰ ਹਨ। ਕਿਮ ਤਸਕਰ ਸੋ ਰਾਖਤੇ ਇਨ ਝੂਠ ਬਖਾਨਾ। ਕੋਈ ਆਪਣੇ ਕੋਲ ਚੋਰ ਨਹੀਂ ਰੱਖਦੇ, ਚੰਦੂ ਝੂਠ ਬੋਲਦਾ ਸੀ। ਕਯੋ ਪੁੰਨ ਬਿਨ ਦੋਸ਼ ਪਰ ਤੁਮ ਦੋਸ਼ ਬਖਾਨਾ। ਬਾਦਸ਼ਾਹ ਬੋਲਿਆ ਚੰਦੂ ਤੂੰ ਮਾੜਾ ਕੀਤਾ, ਤੂੰ ਬੇਦੋਸ਼ਿਆਂ ਨੂੰ ਦੋਸ਼ ਲਾਉਣਾ ਹੈ। ਕਿਮ ਪਹੁੰਚੇ ਅਦ ਬੀਚਈ ਮੂਰਖ ਹੱਥ ਪ੍ਰਾਨਾ। ਇਸੇ ਕਰਕੇ ਉਸ ਮੂਰਖ ਦੇ ਪ੍ਰਾਣ ਖਤਮ ਹੋ ਗਏ, ਉਹ ਰਸਤੇ 'ਚ ਹੀ ਰਹਿ ਗਿਆ, ਪਹੁੰਚ ਨਹੀਂ ਸਕਿਆ। ਮੁਝ ਮਨ ਮੈਂ ਇਮ ਸਮਝ ਪੀ ਕਹਿ ਤੂਸ਼ਨ ਮੇਰੇ ਓਏ। ਮਨ ਤੇ ਸਮਝ ਪੈਂਦੀ ਏ ਕਹਿ ਕੇ ਜਹਾਂਗੀਰ ਚੁੱਪ ਕਰ ਗਿਆ। ਰੁਖ ਲਖ ਕੈ ਪਤ ਸ਼ਾਹ ਕੋ ਚੰਦੂ ਦੁਖ ਪੋਇਓ। ਬਾਦਸ਼ਾਹ ਦਾ ਰੁਖ ਵੇਖ ਕੇ ਚੰਦੂ ਦਾ ਮਨ ਦੁਖੀ ਹੋਇਆ। ਉੱਠ ਆਇਓ ਨਿਜ ਸਦਨ ਕੋ ਪੁਰ ਚੂਰਿਓ ਪੂਰਾ। ਉੱਠ ਕੇ ਘਰ ਆਇਆ ਤੇ ਮਨ ਹੀ ਮਨ ਝੂਰਦਾ ਹੈ। ਇਤੋ ਜਤਨ ਕਰ ਪੂਰ ਕੇ ਨੈ ਉਤਰਿਓ ਪੂਰਾ। ਇੰਨਾ ਯਤਨ ਕੀਤਾ ਪਰ ਫਿਰ ਵੀ ਮੇਰਾ ਯਤਨ ਪੂਰਾ ਨਹੀਂ ਹੋ ਸਕਿਆ। ਤਾਤੀ ਵਾਉ ਨ ਲਾਗਈ ਨੈ ਪਾਇਓ ਤਰਾਸਾ। ਕਹਿੰਦਾ ਗੁਰੂ ਨੂੰ ਤਾਂ ਤੱਤੀ ਵਾਹ ਤੱਕ ਨਹੀਂ ਲੱਗੀ, ਡਰ ਤਾਂ ਉਹਨਾਂ ਨੂੰ ਕੀ ਹੋਣਾ ਸੀ ਮੇਰਾ, ਉਹਨਾਂ ਨੂੰ ਤਾਂ ਤੱਤੀ ਵਾਹ ਤੱਕ ਨਹੀਂ ਲੱਗੀ। ਮੂਰਖ ਸੰਕਟ ਕੇ ਸਹਿਤ ਪਰ ਦੀਰਘ ਸਵਾਸਾ। ਇਹਦਾ ਮੂਰਖ ਲੰਮੇ ਲੰਮੇ ਜੇ ਹੌਕੇ ਭਰਦਾ ਵੀ ਗੱਲ ਨਹੀਂ ਬਣੀ, ਪਰ ਹਾਲੇ ਵੀ ਬਾਦ ਨਹੀਂ ਆਇਆ, ਵੈਰ ਚਿਤਵ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤਾਤੀ ਵਾਓ ਨ ਲੱਗਈ, 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 ਤਾਤੀ ਵਾਓ ਨ ਲੱਗਈ। ਤਾਤੀ ਵਾਓ ਨ ਲੱਗਈ, ਤਾਤੀ ਵਾਓ ਨ ਲੱਗਈ। ਪਾਰ ਬ੍ਰਹਮ ਸਰਣਾਈ, 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 ਪਾਰ ਬ੍ਰਹਮ ਸਰਣਾਈ। ਪਾਰ ਬ੍ਰਹਮ ਸਰਣਾਈ, ਪਾਰ ਬ੍ਰਹਮ
ਸਰਣਾਈ। ਵਾਹਿਗੁਰੂ 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 ਵਾਹਿਗੁਰੂ